ਮਾਰੋ ਕਿਉਂ ਤੰਗ ਕਰਦਾ ਰਹਿੰਦਾ They are the family. डेली पोस्ट पंजाब हरियाणा हिमाचल देख रहे ਸਾਰੇ ਦਰਸ਼ਕਾਂ ਨੂੰ ਖੈਰ ਮਕਦਮ ਕਰਦੀ ਹਾਂ ਮੈਂ ਟੀਨੂ ਸ਼ਰਮਾ। ਸਰਦੀਆਂ ਦਾ ਮੌਸਮ ਚੱਲ ਰਿਹਾ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੈ ਜਿਹੜੀਆਂ ਅਸੀਂ ਫੇਸ ਕਰਦੇ ਹਾਂ ਹੈਲਥ ਇਸ਼ੂਜ਼ ਦੇ ਨਾਲ। ਹੈਲਥ ਇਸ਼ੂਜ਼ ਸਾਨੂੰ ਬਹੁਤ ਜ਼ਿਆਦਾ ਹੁੰਦੇ ਨੇ, ਸਿਰਫ ਸਾਨੂੰ ਹੀ ਨਹੀਂ ਬਕਾਇਦਾ ਜਿਹੜੇ ਅਸੀਂ ਪੈਟਸ ਰੱਖੇ ਹੋਏ ਨੇ ਜਾਂ ਐਨੀਮਲਸ ਨੇ ਜਾਂ ਬਰਡਸ ਨੇ ਉਹਨਾਂ 'ਚ ਵੀ ਹੈਲਥ ਇਸ਼ੂਜ਼ ਰਹਿੰਦੇ ਨੇ। ਸੋ ਜਿਨ੍ਹਾਂ ਦੇ ਕੋਲ ਪੈਟ ਹੈਗਾ ਅੱਜ ਉਹਨਾਂ ਲਈ ਅਸੀਂ ਕੁਛ ਨਾ ਕੁਛ ਖਾਸ ਲੈ ਕੇ ਆਏ ਹਾਂ। ਉਹ ਲੈ ਕੇ ਆਏ ਹਾਂ ਜੀ ਤੁਸੀਂ ਆਪਣੇ ਪੈਟ ਨੂੰ ਵਿੰਟਰ ਦੇ ਵਿੱਚ ਕਿੱਦਾਂ ਲੁੱਕ ਆਫਟਰ ਕਰ ਸਕਦੇ ਹੋ, ਉਹਨਾਂ ਦੇ ਵਿੱਚ ਕਿੱਦਾਂ ਦੇ ਹੈਲਥ ਇਸ਼ੂਜ਼ ਆਉਂਦੇ ਨੇ ਉਹਨਾਂ ਤੋਂ ਅਵੇਅਰ ਤੁਹਾਨੂੰ ਕਰਾਉਣ ਵਾਸਤੇ ਅੱਜ ਅਸੀਂ ਮਿਲਣ ਆਏ ਹਾਂ ਤੇ ਤੁਹਾਡੀ ਮੁਲਾਕਾਤ ਕਰਵਾਉਣ ਆਏ ਹਾਂ ਜੀ ਵੈਟਨਰੀ ਡਾਕਟਰ ਕੁਲਦੀਪ ਸੋਹਲ ਜੀ ਦੇ ਨਾਲ। ਉਹਨਾਂ ਨੂੰ ਮਿਲਾਂਗੇ ਤੇ ਜਾਣਾਂਗੇ ਕਿ ਵਿੰਟਰ ਸੀਜ਼ਨ ਦੇ ਵਿੱਚ ਤੁਸੀਂ ਆਪਣੇ ਘਰ ਬੈਠੇ ਆਪਣੇ ਪੈਟਸ ਦੀ ਕਿੱਦਾਂ ਕੇਅਰ ਕਰ ਸਕਦੇ ਹੋ ਤਾਂ ਕਿ ਉਹਨਾਂ ਨੂੰ ਹੈਲਥ ਇਸ਼ੂਜ਼ ਜ਼ਿਆਦਾ ਨਾ ਆਉਣ। ਫਿਰ ਜ਼ਿਆਦਾ ਸਮਾਂ ਮੈਂ ਤੁਹਾਡਾ ਨਹੀਂ ਲਵਾਂਗੀ, ਤੁਸੀਂ ਮੇਰੇ ਨਾਲ ਆ ਜਾਓ। ਅਸੀਂ ਮਿਲਦੇ ਹਾਂ ਡਾਕਟਰ ਕੁਲਦੀਪ ਸੋਹਲ ਨੂੰ ਜਿਹੜੇ ਵੈਟਨਰੀ ਡਾਕਟਰ ਨੇ। ਆ ਜਾਓ ਮੇਰੇ ਨਾਲ। belly area and chest area when it's in touch with the ground ਉੱਥੋਂ ਇਹਨਾਂ ਨੂੰ ਠੰਡ ਲੱਗਦੀ। Most of the dogs have this bad breath all of the time, so is there any solution for that? ਇਹਨਾਂ ਨੂੰ ਬਿਮਾਰੀਆਂ ਵੀ ਉਹੀ ਹੁੰਦੀਆਂ ਜਿਹੜੀਆਂ ਤੁਹਾਨੂੰ ਹਿਊਮਨਸ ਨੂੰ ਹੁੰਦੀਆਂ ਸੇਮ। ਇਹ ਬੱਚੇ ਦੀ ਛਾਤੀ ਜੰਮ ਗਈ ਹੈ, belly region ਤੇ hair density ਬਹੁਤ ਘੱਟ ਹੈ ਜਿੱਥੇ ਇਹਨਾਂ ਨੂੰ ਠੰਡ ਚੜ੍ਹਦੀ ਹੈ। ਖਾਣੇ 'ਚ ਥੋੜੀ ਜਿਹੀ ਮੋਡੀਫਿਕੇਸ਼ਨ ਕਰਨੀ ਹੈ ਆਪਾਂ, ਡਾਇਟ ਬਿਲਕੁਲ ਨਹੀਂ ਦੇਣਾ, they'll start coughing। ਮੈਨੂੰ 6 ਸਾਲ ਪਹਿਲਾਂ ਸੜਕ ਤੋਂ ਚੁੱਕਿਆ ਸੀਗਾ। ਆਈ ਬਿਲੀਵ ਕਿ ਇਹਨਾਂ ਨੂੰ ਘਰ ਨਹੀਂ ਮਿਲਦਾ। It hurts when you see them on road and that too in these winters. It hurts. ਜਿੰਨਾ ਹੋ ਸਕੇ ਮੈਂ ਕਹਿੰਦੀ ਇਹਨਾਂ ਨੂੰ ਵੀ ਅਪਣਾਓ, ਆਪਣਾ ਘਰ ਦਾ ਮੈਂਬਰ ਬਣਾਓ, ਇਨਸਾਨਾਂ ਤੋਂ ਜ਼ਿਆਦਾ ਸਾਥ ਦੇਗਾ ਤੁਹਾਡਾ। They are also living beings. ਡਾਕਟਰ ਜਿੱਦਾਂ ਵਿੰਟਰ ਸੀਜ਼ਨ ਜਾਂ ਕੋਈ ਵੀ ਸੀਜ਼ਨ ਹੋਵੇ ਜਿੱਦਾਂ ਪੈਟ ਘਰ ਦੇ ਵਿੱਚ ਅਗਰ ਹੈਗਾ ਤਾਂ ਕਿੱਦਾਂ ਦੇ ਸਿੰਪਟਮਸ ਤੋਂ ਪਤਾ ਲੱਗਦਾ ਕਿ ਪੈਟ ਬਿਮਾਰ ਹੈ ਜਾਂ ਠੀਕ ਹੈ? ਬਿਮਾਰ ਹੋਣ ਦਾ ਸਪੈਸ਼ਲੀ ਕਿੱਦਾਂ ਦੇ ਸਿੰਪਟਮਸ ਤੋਂ ਪਤਾ ਲੱਗਦਾ? ਦੇਖੋ ਸਭ ਤੋਂ ਪਹਿਲਾਂ ਵਿੰਟਰ ਤੁਸੀਂ ਅਬਜ਼ਰਵ ਕਰਨਾ ਹੈ ਕਿ ਫੂਡ ਇਨਟੇਕ ਹੈ ਜਿਹੜੀ ਉਹ ਘਟ ਰਹੀ ਹੈ ਜਾਂ ਉਹਨੇ ਬਿਲਕੁਲ ਖਾਣਾ ਨਹੀਂ ਖਾਧਾ। ਹੀ ਇਜ਼ ਸ਼ਿਵਰਿੰਗ, ਹੀ ਇਜ਼ ਹਾਈਡਿੰਗ ਇਨ ਅ ਕਾਰਨਰ। ਇਹ ਸਿੰਪਟਮਸ ਹੁੰਦੇ ਨੇ ਕਿ ਹੀ ਇਜ਼ ਨਾਟ ਵੈਲ। ਦੂਸਰਾ ਸਿੰਪਟਮ ਤੁਸੀਂ ਨੋਟ ਕਰਨਾ ਹੈ ਕਿ ਕੋਈ ਵੋਮਿਟ ਤਾਂ ਨਹੀਂ ਹੈ, ਲੂਜ਼ ਸਟੂਲ ਤਾਂ ਨਹੀਂ ਹੈ। ਜਿਨ੍ਹਾਂ 'ਚ ਕੋਈ ਵੀ ਸਿੰਪਟਮ ਤੁਹਾਨੂੰ ਨਜ਼ਰ ਆਉਂਦਾ ਹੈ ਜਸਟ ਗੋ ਟੂ ਯਰ ਵੈਟਨੇਰੀਅਨ ਐਂਡ ਟੇਕ ਵੈਟਨਰੀ ਐਡਵਾਈਸ। ਇਹ ਇਗਨੋਰ ਕਰਨਾ ਕਿ ਚਲੋ ਆਪ ਸੈਲਫ ਮੈਡੀਕੇਸ਼ਨ ਕਰ ਲਓ, ਇਹਨੂੰ ਆਹ ਗੋਲੀ ਦੇ ਦਿਓ, ਇਹਨੂੰ ਆਹ ਗੋਲੀ ਦੇ ਦਿਓ, ਇਹਨੂੰ ਆਹ ਦਵਾਈ ਦੇ ਦਿਓ। ਅਵੋਇਡ ਦੈਟ ਪਾਰਟ, ਸੈਲਫ ਮੈਡੀਕੇਸ਼ਨ ਅਵੋਇਡ ਕਰੋ। ਕਿਉਂਕਿ ਵਿੰਟਰਸ ਦੇ ਵਿੱਚ ਕੀ ਹੁੰਦਾ ਕਿ ਵਾਟਰ ਇਨਟੇਕ ਵੀ ਘੱਟ ਜਾਂਦਾ ਹੈ, ਉੱਤੋਂ ਫੂਡ ਇਨਟੇਕ ਘਟਿਆ ਹੋਇਆ, ਉੱਤੋਂ ਤੁਸੀਂ ਕੋਈ ਮੈਡੀਕੇਸ਼ਨ ਦੇਤੀ ਜਿਹੜੀ ਹਿਊਮਨ ਯੂਜ਼ ਦੀ ਹੈ ਤਾਂ ਦੈਟ ਕੈਨ ਕਾਜ਼ ਕਿਡਨੀ ਪ੍ਰੋਬਲਮਸ। ਸੋ ਜਦੋਂ ਵੀ ਤੁਹਾਨੂੰ ਇਹੋ ਜਿਹਾ ਸਿੰਪਟਮ ਲੱਗਦਾ ਵੀ ਡੌਗ ਨੇ ਵੋਮਿਟ ਕੀਤੀ ਹੈ ਜਾਂ ਫੂਡ ਇਨਟੇਕ ਘੱਟ ਗਿਆ ਉਹਦਾ ਜਾਂ ਬਿਲਕੁਲ ਨਹੀਂ ਖਾ ਰਿਹਾ, ਯੂ ਮਸਟ ਸੀ ਯਰ ਵੈਟਨਰੀ। ਪਰ ਕਈ ਵਾਰੀ ਹੁੰਦਾ ਕਿ ਰਾਤ ਦੇ ਟਾਈਮ ਲੇਟ ਨਾਈਟ ਪਤਾ ਲੱਗਦਾ। ਆਈ ਨੋ ਵੈਟਨਰੀਜ਼ ਕਦੇ ਵੀ ਮਨਾ ਨਹੀਂ ਕਰਦੇ ਆ, 24 ਆਵਰਸ ਅਵੇਲੇਬਲ ਨੇ ਸਾਡੇ ਲਈ, ਬਟ ਕਈ ਵਾਰ ਹੁੰਦਾ ਕਿ ਹੈਜ਼ੀਟੇਸ਼ਨ 'ਚ ਕੋਈ ਫੋਨ ਨਹੀਂ ਕਰ ਰਿਹਾ ਜਾਂ ਮਤਲਬ ਡੌਗ ਦਾ ਸਿੰਪਟਮਸ ਕੋਈ ਇੱਦਾਂ ਦਾ ਦੇਖਦਾ ਅਤੇ ਇੰਸਟੈਂਟ ਅਗਰ ਉਹਨੂੰ ਕੁਛ ਦੇਣਾ ਪੈ ਜਾਏ ਜਿਹਨੂੰ ਅਸੀਂ ਕਹਿੰਦੇ ਹਾਂ ਫਸਟ ਏਡ, ਤਾਂ ਅਸੀਂ ਉਹਨੂੰ ਕੀ ਪ੍ਰੋਵਾਈਡ ਕਰ ਸਕਦੇ ਹਾਂ? ਦੇਖੋ ਫਸਟ ਏਡ ਕਿਸੇ ਵੀ ਕੋਈ ਵੀ ਕੰਡੀਸ਼ਨ ਆ ਰਹੀ ਹੈ, ਵੋਮਿਟ ਹੋ ਰਿਹਾ ਹੈ, ਡਾਇਰੀਆ ਹੋ ਰਿਹਾ ਹੈ, ਇਹੋ ਜਿਹੀ ਕੋਈ ਕੰਡੀਸ਼ਨ ਆਫ ਫੀਡਿੰਗ ਹੈ, ਤੁਸੀਂ ORS ਹਰ ਘਰ 'ਚ ਹੁੰਦਾ ਹੈ। ORS ਪੈਕ ਬਣਾ ਕੇ ਪਾਣੀ 'ਚ ਉਹਨੂੰ ਮਿਕਸ ਕਰਕੇ ਉਹ ਫੋਰਸ ਫੀਡ ਕਰ ਦਿਓ, ਉਹ ਪਿਆ ਦਿਓ ਉਹਨੂੰ। ਜੇ ਘਰੇ ORS ਨਹੀਂ ਹੈ ਤਾਂ 1 ਗਲਾਸ ਪਾਣੀ ਦੇ ਵਿੱਚ ਅੱਧਾ ਚਮਚਾ ਖੰਡ ਦਾ ਅਤੇ 1/4 ਟੀਸਪੂਨ ਸੌਲਟ ਦਾ ਉਹ ਮਿਕਸ ਕਰਕੇ ਉਹ ਪਿਆ ਦਿਓ। ਐਟਲੀਸਟ ਉਹਦੇ ਨਾਲ ਕੀ ਹੈ ਕਿ ਬਾਡੀ 'ਚ ਡੀਹਾਈਡਰੇਸ਼ਨ ਨਹੀਂ ਹੋਏਗੀ ਅਤੇ ਬਾਈ ਦਾ ਟਾਈਮ ਇਟ ਬਿਕਮਸ ਮੋਰਨਿੰਗ ਤੁਸੀਂ ਫਿਰ ਵੈਟ ਕੋਲੇ ਲਿਜਾ ਸਕਦੇ ਹੋ ਉਹਨੂੰ। ਬਟ ਜਿੱਥੇ ਤੱਕ ਪੋਸੀਬਲ ਹੈਗਾ ਕਿ ਆਪ ਸੈਲਫ ਮੈਡੀਕੇਸ਼ਨ ਘਰੇ ਨਾ ਕਰੋ। ਤੁਸੀਂ ਡੀਹਾਈਡਰੇਸ਼ਨ ਦੀ ਗੱਲ ਕੀਤੀ, ਡੀਹਾਈਡਰੇਸ਼ਨ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆਈ ਕਿ ਵਿੰਟਰ ਸੀਜ਼ਨ ਦੇ ਵਿੱਚ ਅਸੀਂ ਵੀ ਪਾਣੀ ਘੱਟ ਪੀਂਦੇ ਹਾਂ ਅਫਕੋਰਸ, ਹੈ ਨਾ, ਅਤੇ ਡੌਗਸ ਤਾਂ ਮਤਲਬ ਬਹੁਤ ਹੀ ਘੱਟ ਪੀਂਦੇ ਨੇ ਪਾਣੀ ਕਿਉਂਕਿ ਉਹਨਾਂ ਨੂੰ ਪਿਆਸ ਨਹੀਂ ਲੱਗਦੀ ਵਿੰਟਰ ਸੀਜ਼ਨ 'ਚ। ਤਾਂ ਅਸੀਂ ਅਜਿਹਾ ਕੀ ਕਰੀਏ ਕਿ ਉਹ ਪਾਣੀ ਵੀ ਚੱਜ ਨਾਲ ਪੀ ਸਕਣ ਅਤੇ ਉਹਨਾਂ ਨੂੰ ਡੀਹਾਈਡਰੇਸ਼ਨ ਵੀ ਨਾ ਹੋਵੇ? ਦੇਖੋ ਇੱਕ ਤਾਂ ਜਿਹੜਾ ਇਹਨਾਂ ਦਾ ਵਾਟਰਿੰਗ ਬਾਉਲ ਹੈਗਾ ਜਿਹਦੇ 'ਚ ਪਾਣੀ ਪੀਂਦੇ ਆ, ਹਰ 2-3 ਘੰਟੇ ਬਾਅਦ ਥੋੜ੍ਹਾ ਜਿਹਾ ਉਹ 'ਚ ਗਰਮ ਪਾਣੀ ਪਾ ਦਿਓ। ਜਿਹੜਾ ਆਲਰੇਡੀ ਪਾਣੀ ਐਗਜ਼ਿਸਟ ਕਰ ਰਿਹਾ ਉਹਦੇ 'ਚ ਉਹ ਜਸਟ ਐਡ ਲਿਟਲ ਲਿਊਕਵਾਰਮ ਵਾਟਰ, ਕਿਉਂਕਿ ਠੰਡਾ ਪਾਣੀ ਇਹ ਵੀ ਨਹੀਂ ਪੀਣਗੇ। ਜਦੋਂ ਤੁਸੀਂ ਪਾਣੀ ਗਰਮ ਪਾਣੀ ਵਿੱਚ ਮਿਕਸ ਕਰਤਾ ਤਾਂ ਉਹਦੀ ਵਾਟਰ ਇਨਟੇਕ ਵੱਧ ਜੂਗੀ ਇਹਨਾਂ ਦੀ। ਸੈਕੰਡਲੀ ਡਾਈਟ ਦੇ ਵਿੱਚ ਥੋੜ੍ਹੀ ਤੁਸੀਂ ਐਲਟਰੇਸ਼ਨ ਕਰਨੀ ਹੈ ਕਿ ਸੂਪ ਵਗੈਰਾ ਐਡ ਕਰ ਦਿਓ
ਚਿਕਨ ਸੂਪ ਹੋਵੇ, ਮਟਨ ਸੂਪ ਹੋਵੇ, ਜਿਹੜੇ ਵੈਜੀਟੇਰੀਅਨਸ ਨੇ ਉਹਨਾਂ ਵਾਸਤੇ ਤੁਸੀਂ ਵੈਜੀਟੇਬਲ ਸੂਪ ਅਸੀਂ ਰਿਕਮੈਂਡ ਕਰਦੇ ਹਾਂ, ਕਿਉਂਕਿ ਸੂਪ ਦੇ ਨਾਲ ਪੈਲੇਟੇਬਿਲਿਟੀ ਵਧੇਗੀ। ਦੈਟਸ ਹਾਊ ਵੀ ਕੈਨ ਪ੍ਰੀਵੈਂਟ ਦੀ ਡੀਹਾਈਡਰੇਸ਼ਨ। ਡੀਹਾਈਡਰੇਸ਼ਨ ਇਜ਼ ਦ ਮੇਜਰ ਆਸਪੈਕਟ ਇਨ ਵਿੰਟਰਸ, ਸੋ ਉਹ ਆਪਾਂ ਅਵੋਇਡ ਕਰਨਾ, ਵਾਟਰ ਇਨਟੇਕ ਇਨਸ਼ੋਰ ਕਰਨੀ ਹੈ। ਦੈਟਸ ਇਟ। ਜਿੱਦਾਂ ਯੂਜੂਅਲੀ ਕਹਿੰਦੇ ਨੇ ਕਿ ਡੌਗਸ ਨੂੰ ਬੋਨਲੈਸ ਚਿਕਨ ਦੇਣਾ ਚਾਹੀਦਾ ਹੈ, ਜਿੱਦਾਂ ਤੁਸੀਂ ਹੁਣੇ ਦੱਸਿਆ ਕਿ ਸੂਪ ਦੇਣਾ, ਸੂਪ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਕਿਹੜਾ ਅਜਿਹਾ ਸੂਪ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ ਜਿਹੜਾ ਉਹਨਾਂ ਦੀ ਮਤਲਬ ਜਿਹੜਾ ਸਾਰੇ ਡੌਗਸ ਬਰੀਡ ਲਈ ਜਾਂ ਸਾਰੇ ਡੌਗਸ ਲਈ ਚੰਗਾ ਹੋਵੇ ਕਾਮਨਲੀ? ਸੀ ਇਹਦੇ 'ਚ ਜਿਹੜਾ ਚਿਕਨ ਸੂਪ ਹੈਗਾ ਵਿਦਾਊਟ ਬੋਨਸ, ਮੈਂ ਐਡਵਾਈਜ਼ ਕਰਦਾ ਵਿਦਾਊਟ ਬੋਨਸ, ਬਿਕਾਜ਼ ਡੌਗ ਚਿਊ ਨਹੀਂ ਕਰਦਾ, ਇਹ ਗਲਪ ਦਾ ਫੂਡ, ਇਹ ਨਗਾ ਲੈਂਦੇ ਅੰਦਰ। ਬੋਨਸ ਅਵੋਇਡ ਕਰੋ। ਚਿਕਨ ਸੂਪ ਤੁਸੀਂ ਘਰੇ ਬਣਾਓ, ਪੁੱਟ ਸਮ ਸਾਲਟ ਐਂਡ ਹਲਦੀ ਇਨ ਦੈਟ, ਵੰਡਰਫੁਲ ਪ੍ਰੈਪਰੇਸ਼ਨ, ਨੋ ਡੌਗ ਵਿਲ ਲੀਵ ਇਟ, ਹਰੇਕ ਡੌਗ ਪੀਊਗਾ। ਹੁਣ ਕਈਆਂ ਦੀ ਰਿਸਟ੍ਰਿਕਸ਼ਨ ਹੁੰਦੀ ਵੀ ਅਸੀਂ ਘਰੇ ਨਾਨ ਵੈਜ ਨਹੀਂ ਲਿਆਉਂਦੇ, ਤਾਂ ਯੂ ਕੈਨ ਮੇਕ ਵੈਜੀਟੇਬਲ ਸੂਪਸ ਐਜ਼ ਵੈਲ। ਉਹਦੇ 'ਚ ਸਾਲਟ ਐਂਡ ਹਲਦੀ ਇਹ ਪਾਉਣਾ ਜ਼ਰੂਰੀ ਹੈ, ਜਸਟ ਐਜ਼ ਅ ਫਲੇਵਰਿੰਗ ਏਜੰਟ। ਸੋ ਸੂਪਸ ਨੇ ਜਿਹੜੇ ਇਨ ਵਿੰਟਰਸ, ਦੇ ਆਰ ਗੁੱਡ ਫॉर ਅਸ ਈਵਨ ਐਂਡ ਦੇ ਆਰ ਗੁੱਡ ਫॉर ਡੌਗਸ ਐਜ਼ ਵੈਲ। ਚੀਜ਼ ਹੋਰ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ, ਠੰਡ ਦੇ ਨਾਲ ਡੌਗ ਜ਼ਿਆਦਾ ਬਿਮਾਰ ਹੁੰਦਾ, ਪਰ ਠੰਡ ਤੋਂ ਬਚਣ ਲਈ ਮੈਂ ਦੇਖਿਆ ਹੈ ਕਈ ਘਰਾਂ ਦੇ ਵਿੱਚ ਬੜੇ ਵਾਰ ਮੇਰੇ ਫਰੈਂਡ ਸਰਕਲ 'ਚ ਵੀ ਗੱਲ ਹੁੰਦੀ ਹੈ ਕਿ ਅਸੀਂ ਡੌਗ ਨੂੰ, ਅਗਰ ਕਈ ਡੌਗਸ ਨੂੰ ਆਦਤ ਹੁੰਦੀ ਹੈ ਫਲੋਰ 'ਤੇ ਨਹੀਂ ਵੀ ਪੈਂਦੀ, ਬੈੱਡ 'ਤੇ ਹੀ ਪੈਣਾ ਜਾਂ ਆਪਣੇ ਗੱਦੇ 'ਤੇ ਪੈਣਾ ਜਾਂ ਮੈਟਰਸ 'ਤੇ ਹੀ ਸੋਣਾ, ਪਰ ਫਿਰ ਵੀ ਕਈ ਵਾਰੀ ਇੱਦਾਂ ਲੱਗਦਾ ਕਿ ਸਾਨੂੰ ਕਿ ਉਹ ਬਰੀਥ ਇੱਦਾਂ ਕਰ ਰਿਹਾ ਹੁੰਦਾ ਥੋੜ੍ਹੀ ਦੇਰ ਬਾਅਦ ਜਿੱਦਾਂ ਉਹਨੂੰ ਗਰਮੀ ਲੱਗ ਰਹੀ ਹੁੰਦੀ ਹੈ। ਦਿਸ ਇਜ਼ ਵੈਰੀ ਨਾਰਮਲ। ਦੇਖੋ ਡੌਗ ਦੇ ਵਿੱਚ ਇਵੈਪੋਰੇਟਿਵ ਕੂਲਿੰਗ ਹੁੰਦੀ ਹੈ, ਆਪਣੇ ਵਾਂਗੂ ਮੁੜਕਾ ਨਹੀਂ ਆਉਂਦਾ ਉਹਨਾਂ ਨੂੰ, ਦੇ ਡੋਂਟ ਹੈਵ ਸਵੈਟ ਗਲੈਂਡਸ। ਸੋ ਜਿਹੜਾ ਕੂਲਿੰਗ ਆਰਗਨ ਹੈਗਾ ਦੈਟ ਇਜ਼ ਟੰਗ, ਜਿੰਨਾ ਪਾਣੀ ਇਵੈਪੋਰੇਟ ਕਰੇਗਾ ਟੰਗ ਤੋਂ ਉਨੀ ਕੂਲਿੰਗ ਉਹਨਾਂ ਦੇ ਅੰਦਰ ਜਾਏਗੀ। ਸੋ ਉਹ ਇੱਕ ਪ੍ਰੋਟੈਕਟਿਵ ਮੈਕੈਨਿਜ਼ਮ ਹੈਗਾ ਬਾਡੀ ਦੀ ਹੀਟ ਡਿਸਿਪੇਟ ਕਰਨ ਦਾ। ਸੋ ਦ ਡੌਗ ਇਜ਼ ਪੈਂਟਿੰਗ, ਇਹਨੂੰ ਪੈਂਟਿੰਗ ਕਹੀਦਾ। ਪੈਂਟਿੰਗ ਕਰ ਰਿਹਾ ਤਾਂ ਦੈਟਸ ਨਾਰਮਲ, ਕਿਉਂਕਿ ਪੈਂਟਿੰਗ ਥੋੜੇ ਟਾਈਮ ਲਈ ਕਰੇਗਾ ਫਿਰ ਹਟ ਜਾਏਗਾ, ਫਿਰ ਥੋੜੇ ਟਾਈਮ ਲਈ ਕਰੇਗਾ ਫਿਰ ਹਟ ਜਾਏਗਾ। ਸੋ ਪੈਂਟਿੰਗ ਇਜ਼ ਨਾਰਮਲ, ਡੋਂਟ ਕੰਸੀਡਰ ਇਟ ਐਜ਼ ਅ ਡਿਜ਼ੀਜ਼ ਜਾਂ ਕੋਈ ਐਬਨੋਰਮਲ ਕੰਡੀਸ਼ਨ, ਇਟਸ ਅ ਨੈਚੁਰਲ ਕੰਡੀਸ਼ਨ। ਸੋ ਪੈਂਟਿੰਗ ਇਜ਼ ਨਾਟ ਡੇਂਜਰਸ, ਸੋ ਡੋਂਟ ਵਰੀ, ਡੋਂਟ ਪੈਨਿਕ। ਇੱਕ ਚੀਜ਼ ਹੋਰ, ਜਿੱਦਾਂ ਵਿੰਟਰ ਸੀਜ਼ਨ 'ਚ ਸਾਨੂੰ ਆਦਤ ਹੈ ਅਸੀਂ ਹੀਟਰ ਮੂਹਰੇ ਬੈਠਣਾ ਹੈ, ਪਰ ਡੌਗਸ ਦਾ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕਹਿੰਦੇ ਨੇ ਕਿ ਟੈਂਪਰੇਚਰ ਡੌਗਸ 'ਚ ਹਿਊਮਨ ਬੋਡੀ ਨਾਲੋਂ ਜ਼ਿਆਦਾ ਹੁੰਦਾ ਹੈ, ਤਾਂ ਹੀਟਰ ਉਹਨਾਂ ਲਈ ਚੰਗਾ ਹੈ ਕਿ ਨਹੀਂ? No, heater is not good for dogs because our body temperature is 97.8. Dogs are normal till 102. So ਆਪਣੇ ਨਾਲੋਂ 3-4 ਡਿਗਰੀ ਦਾ ਡਿਫਰੈਂਸ ਤਾਂ ਪਹਿਲਾਂ ਹੀ ਆ ਗਿਆ। ਉਤੋਂ ਜਿਹੜਾ ਹੀਟਿੰਗ ਹੈਗਾ, ਹੀਟਿੰਗ ਡਾਇਰੈਕਟ ਕੰਡਕਸ਼ਨ ਹੀਟ ਹੁੰਦੀ ਹੈ, ਵਿਚ ਇਜ਼ ਨਾਟ ਗੁੱਡ ਫॉर ਅਸ ਈਵਨ ਐਂਡ ਈਵਨ ਫॉर ਡੌਗਸ। ਦੈਟਸ ਵਾਈ ਲੋਕ ਅੱਜ ਕੱਲ੍ਹ ਆਇਲ ਹੀਟਰ ਪ੍ਰੈਫਰ ਕਰਦੇ ਆ, ਬਿਕਾਜ਼ ਉਹ 'ਚ ਕਨਵੈਕਸ਼ਨ ਹੀਟ ਹੁੰਦੀ ਹੈ। ਸੋ ਆਇਲ ਹੀਟਰਸ ਮੈਂ ਕਦੇ ਰਿਕਮੈਂਡ ਨਹੀਂ ਕਰੂੰਗਾ ਡੌਗਸ ਵਾਸਤੇ। ਜੇ ਤੁਸੀਂ ਚਲਾਉਣਾ ਵੀ ਹੈ ਉਹਨੂੰ 10-15 ਮਿੰਟ, ਅੱਧਾ ਘੰਟਾ ਚਲਾ ਕੇ ਬੰਦ ਕਰ ਦਿਓ। ਡਾਕਟਰ, ਕਈਆਂ ਨੇ ਅੱਜ ਦੇ ਟਾਈਮ ਦੇ ਵਿੱਚ ਛੋਟੇ ਪੱਪਸ ਹਾਲੇ ਨਵੇਂ ਰੱਖੇ ਹੋਗੇ, ਜਾਂ ਮੇਬੀ ਕਈਆਂ ਨੇ ਤਾਂ ਪਹਿਲੀ ਵਾਰੀ ਪੱਪ ਰੱਖਿਆ ਹੋਊਗਾ ਸ਼ੌਂਕ ਨਾਲ, ਤਾਂ ਉਹ ਆਪਣੇ ਛੋਟੇ ਜਿਹੇ ਪੱਪ ਦੀ ਉਹਨਾਂ ਨੂੰ ਦੇਖ ਰੇਖ ਕਰਨੀ ਸ਼ੁਰੂਆਤ 'ਚ ਨਹੀਂ ਆਉਂਦੀ, ਤਾਂ ਉਹ ਕਿੱਦਾਂ ਆਪਣੇ ਪੈਟ ਨੂੰ ਮਤਲਬ ਲੁੱਕ ਆਫਟਰ ਕਰ ਸਕਦੇ ਨੇ? ਉਹਨਾਂ ਲਈ ਤੁਸੀਂ ਟਿਪਸ ਦੇ ਦਿਓ। ਹਾਂਜੀ, ਮੈਂ ਹਰੇਕ ਪੈਟ ਓਨਰ ਨੂੰ ਔਰ ਜਿਹੜਾ ਪੈਟ ਖਰੀਦਣਾ ਚਾਹੁੰਦਾ ਹੈ ਉਹਨੂੰ ਮੈਂ ਇੱਕ ਰਿਕੁਐਸਟ ਕਰੂੰਗਾ ਕਿ ਪਹਿਲਾਂ ਜਿਹੜੀ ਬਰੀਡ ਲੈਣੀ ਹੈ ਉਹਦੇ ਬਾਰੇ ਪੜ੍ਹੇ, ਹਫ਼ਤਾ 10 ਦਿਨ ਰਿਸਰਚ ਕਰੇ, ਇਹ ਬਰੀਡ ਦਾ ਓਰੀਜਨ ਕੀ ਹੈ, ਇਹਦੀਆਂ ਸਪੈਸ਼ਲ ਰਿਕੁਆਇਰਮੈਂਟਸ ਕੀ ਨੇ, ਅਤੇ ਕੀ ਇਹ ਤੁਹਾਡੀ ਫੈਮਿਲੀ 'ਚ ਸੈੱਟ ਆ ਜਾਏਗਾ, ਫਿੱਟ ਆ ਜਾਏਗਾ, ਕੀ ਤੁਸੀਂ ਇੰਨਾ ਟਾਈਮ ਡਿਵੋਟ ਕਰ ਸਕਦੇ ਹੋ ਸਵੇਰੇ ਸ਼ਾਮ ਨੂੰ ਸੈਰ ਕਰਾਉਣ ਦਾ। ਇਹ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਤੁਸੀਂ ਪਪੀ ਚੂਜ਼ ਕਰਨਾ ਹੈ। ਜਦੋਂ ਪਪੀ ਚੂਜ਼ ਕਰ ਲਿਆ, ਸਪੋਜ਼ ਤੁਸੀਂ ਸ਼ਿਜ਼ੂ ਚੂਜ਼ ਕਰ ਲਿਆ, ਤਾਂ ਸ਼ਿਜ਼ੂ ਦੀਆਂ ਕੀ ਸਪੈਸ਼ਲ ਰਿਕੁਆਇਰਮੈਂਟਸ ਨੇ, ਬਿਕਾਜ਼ ਉਹਨੇ 50 ਗ੍ਰਾਮ ਖਾਣਾ ਹੈ, ਤਾਂ ਯੂ ਹੈਵ ਟੂ ਗਿਵ ਹਾਈ ਬਾਇਓਲੋਜੀਕਲ ਵੈਲਿਊ ਪ੍ਰੋਟੀਨ। ਤੁਹਾਨੂੰ ਉਹ ਸਾਰੀਆਂ ਰਿਕੁਆਇਰਮੈਂਟਸ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ। ਸਾਨੂੰ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਸੇਂਟ ਬਰਨਾਰਡ ਪਪੀ ਸਾਰਿਆਂ ਨੂੰ ਸੋਹਣਾ ਲੱਗਦਾ, ਚਬੀ, ਰਾਈਟ, ਬਟ ਜਦੋਂ 6 ਮਹੀਨੇ ਦਾ ਹੋ ਜਾਂਦਾ, 40 ਕਿਲੋ ਭਾਰ ਹੋ ਜਾਂਦਾ ਉਹਦਾ, ਫਿਰ ਸਾਰਿਆਂ ਨੂੰ ਉਹ ਲਾਇਬਿਲਿਟੀ ਲੱਗਣ ਲੱਗ ਜਾਂਦਾ ਵੀ ਇਹਨੇ ਇੰਨਾ ਫੀਡ ਖਾਣੀ ਹੈ, ਇੰਨਾ ਰਾਸ਼ਨ ਖਾਣਾ ਹੈ, ਇੰਨੀ ਸੈਰ ਕਰਨੀ ਹੈ। ਉਹ ਸਾਰੀਆਂ ਰਿਕੁਆਇਰਮੈਂਟਸ ਆਪਾਂ ਨਹੀਂ ਪੂਰੀਆਂ ਕਰ ਪਾਉਂਦੇ, ਰਾਈਟ। ਉੱਥੇ ਡੌਗ ਅਤੇ ਪੈਟ ਓਨਰ ਦਾ ਜਿਹੜਾ ਬੌਂਡ ਹੈਗਾ ਉਹ ਦੂਰ ਹੋਣ ਲੱਗ ਜਾਂਦਾ। ਅੱਛਾ, ਇੱਕ ਚੀਜ਼ ਹੋਰ ਬੜੀ ਸੁਣਨ ਨੂੰ ਔਰ ਮਿਲਦੀ ਹੈ ਗੱਲ ਕਰਨ ਨੂੰ ਕਿ ਡੌਗਸ ਨੂੰ ਵੀ ਡਿਪਰੈਸ਼ਨ ਹੁੰਦਾ ਹੈ ਅੱਜ ਦੇ ਟਾਈਮ 'ਚ। ਮਤਲਬ ਮੈਨੂੰ ਇਹ ਲੱਗਦਾ ਸੀਗਾ ਕਿ ਤੁਹਾਡਾ ਸਟ੍ਰੈਸ ਔਰ ਡਿਪਰੈਸ਼ਨ ਦੂਰ ਕਰਨ ਲਈ ਸਭ ਤੋਂ ਵਧੀਆ ਪੈਟ ਹੁੰਦੇ ਨੇ, ਐਨੀਮਲਸ ਹੁੰਦੇ ਨੇ, ਕਿ ਤੁਸੀਂ ਆਪਣੇ ਘਰ ਡੌਗ ਲਿਆਓ ਅਤੇ ਤੁਸੀਂ ਸਟ੍ਰੈਸ ਫਰੀ ਐਂਡ ਡਿਪਰੈਸ਼ਨ ਰਿਲੈਕਸ ਹੋ ਜਾਓਗੇ। ਬਟ ਅੱਜ ਕੱਲ੍ਹ ਦੇ ਟਾਈਮ 'ਤੇ ਡੌਗ ਨੂੰ ਵੀ ਡਿਪਰੈਸ਼ਨ ਹੁੰਦਾ ਹੈ। ਇੱਦਾਂ ਦੇ ਕੇਸਿਸ ਲਈ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਨੂੰ ਦੱਸਦਾ ਕਿ ਡੌਗ ਇਜ਼ ਦ ਪਰਫੈਕਟ ਸਟ੍ਰੈਸ ਬਸਟਰ। ਇਹਨੇ ਤੁਹਾਡਾ ਸਾਰਾ ਸਟ੍ਰੈਸ ਆਪਣੇ 'ਤੇ ਲੈ ਲੈਣਾ ਹੈ, ਰਾਈਟ। That's how he de-stresses you, his owner, ਜਿਹਦੇ ਕੋਲ ਰਹਿੰਦਾ ਹੈ ਉਹਨੂੰ ਡੀ-ਸਟ੍ਰੈਸ ਕਰਦਾ ਹੈ। ਯੈਸ,
ਪੈਟਸ ਦੇ ਵਿੱਚ ਡਿਪਰੈਸ਼ਨ ਆਉਂਦਾ ਹੈ, ਪਰ ਉਹਦੀਆਂ ਟ੍ਰੀਟਮੈਂਟ ਪ੍ਰੋਟੋਕੋਲਸ ਹੈਗੇ ਆ। ਇੱਕ ਤਾਂ ਸਭ ਤੋਂ ਪਹਿਲਾਂ ਕਿ ਉਹ ਪੈਟ ਦੇ ਨਾਲ ਜਿਹੜਾ ਪੈਟ ਓਨਰ ਹੈਗਾ ਉਹ ਟਾਈਮ ਜ਼ਿਆਦਾ ਸਪੈਂਡ ਕਰੇ, ਕੁਛ ਘੰਟੇ ਸਵੇਰੇ ਕੁਛ ਘੰਟੇ ਸ਼ਾਮ ਨੂੰ ਟਾਈਮ ਸਪੈਂਡ ਕਰੇ। ਹੁਣ ਇਹ ਨਹੀਂ ਹੈ ਤੁਸੀਂ ਜਿਵੇਂ ਸਪੋਜ਼ ਕੰਮ 'ਤੇ ਜਾ ਰਹੇ ਹੋ 9 ਵਜੇ ਉਹਨੂੰ ਬੰਦ ਕਰਤਾ ਅਤੇ ਸ਼ਾਮੀ 8 ਵਜੇ ਆ ਕੇ ਖੋਲ੍ਹ ਰਹੇ ਹੋ, ਦੈਟ ਇਜ਼ ਨਾਟ ਡਨ। ਪੈਟ ਡਿਪਰੈਸ਼ਨ ਬੜੀ ਛੇਤੀ ਓਵਰਕਮ ਕਰਦੇ ਨੇ ਵਿਦ ਅ ਲਿਟਲ, ਇਹਨਾਂ ਨੂੰ ਸਿਰਫ ਟਾਈਮ ਦੇ ਦਿਓ, ਥੋੜ੍ਹਾ ਜਿਹਾ ਗਰੂਮ ਕਰ ਦਿਓ ਨਾਲ, ਜਸਟ ਸਪੈਂਡ ਟਾਈਮ ਵਿਦ ਦੈਮ, ਜਸਟ ਟਾਕ ਟੂ ਦੈਮ। ਐਂਡ ਯੈਸ ਆਫ ਕੋਰਸ ਦੇਰ ਆਰ ਸਰਟਨ ਮੈਡੀਕੇਸ਼ਨਸ ਅਵੇਲੇਬਲ, ਈਜ਼ੀਲੀ ਟੈਕਲ ਹੋ ਜਾਂਦੇ। ਪਰ ਆਪਾਂ ਉਹ ਕੰਡੀਸ਼ਨ ਆਉਣ ਹੀ ਕਿਉਂ ਦਈਏ ਕਿ ਪੈਟ ਸ਼ੁੱਡ ਗੋ ਅੰਡਰ ਡਿਪਰੈਸ਼ਨ? ਵਾਈ? It's anxiety, it's loneliness. The owner is not giving proper time to him. That is this. ਇਹਨੇ ਕੁਝ ਖਾ ਲਿਆ ਗਲਤ ਜੀ ਆਪਣੇ ਫਾਰਮ ਤੇ ਜਾ ਕੇ, ਹਾਂਜੀ, ਤੇ ਉਹ ਕਿਡਨੀ ਪੋਇਜ਼ਨਿੰਗ, ਕਿਡਨੀ ਫੇਲਿਅਰ ਹੋ ਗਿਆ ਸੀ ਇਹਨੂੰ। ਸ਼ੀ ਇਜ਼ ਮਚ ਬੈਟਰ, ਹੁਣ 1 ਮਹੀਨਾ ਹੋ ਗਿਆ ਜੀ ट्रीटमेंट कराते ਨੂੰ। ਇਹਦੇ किडनीज फ्लश हुए ने, बाकी एंटीबायोटिक्स स्टीरॉयड ट्रीटमेंट वगैरह चल रहा है। नॉर्मली टेम्परेचर ही होता है, वेदर चेंज हो जाता है तो थोड़ा इनको टेम्परेचर होता है, तो वो अब इतने टाइम से हम लोग डॉग्स के साथ हैं तो हमें इनिशियल उनका पता ही होता है कि इनको इनके साथ क्या प्रिकॉशंस लेने हैं। थोड़ा ओल्ड एज आग में वही सेम चीज़ डॉक्टर ने अभी जो बोला कि इनको थोड़ा जॉइंट्स वाला इशू आ जाता है, अदरवाइज़ मुझे ऐसा कभी इशू आया नहीं है क्योंकि मैं फॉर द लास्ट 20 years डॉग्स के साथ ही हूँ। Keep him in his jacket all the time, and I give him a blanket. I make sure he's sleeping on a bed or a carpet. He's not on the floor, and I give him soup sham ko, and we keep warm water in his bowl. Most of the dogs have this bad breath all of the time, so is there any solution for that? कि जी ਆਪਾਂ ਰੋਜ਼ ਬ੍ਰਸ਼ ਕਰਾਈਏ ਉਹਨੂੰ ਕਿ ਕੋਈ ਹੋਰ ਸੋਲੂਸ਼ਨ? ਇੱਕ ਤਾਂ ਇਹਨਾਂ ਨੂੰ ਖਾਂਸੀ ਵਗੈਰਾ, ਫੀਵਰ ਬਹੁਤ ਜ਼ਿਆਦਾ ਨਾਰਮਲ ਹੁੰਦਾ ਹੈ। ਡਾਈਟ ਇਹਨਾਂ ਦੀ ਬਹੁਤ ਆਪਾਂ ਨੂੰ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਐਗ ਵਗੈਰਾ ਨੌਨ ਵੈਜ ਇਹਨਾਂ ਲਈ ਸਰਦੀਆਂ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਤੇ ਜਿਹੜੇ ਸਟਰੀਟ 'ਤੇ ਰਹਿੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਥ ਇਸ਼ੂਜ਼ ਆਉਂਦੇ ਨੇ। ਮੇਰਾ ਤਾਂ ਜਿੰਨਾ ਹੁੰਦਾ ਹੋ ਸਕਦਾ ਇੱਥੇ ਡਾਕਟਰ ਸਾਹਿਬ ਤੋਂ ਮੈਂ ਲੈ ਜਾਂਦੀ ਮੈਡੀਸਨ, ਜਿੰਨਾ ਹੋ ਸਕਦਾ ਮੈਂ ਸਾਰਿਆਂ ਨੂੰ ਦਿੰਦੀ ਰਹਿੰਦੀ ਹਾਂ। ਮੇਨਲੀ ਤਾਂ ਠੰਡ ਹੁੰਦੀ ਹੈ ਜੀ, ਅਤੇ ਜੇ ਕੋਈ ਕ੍ਰੋਨਿਕ ਲਾਈਕ ਬਰੀਥਸ ਵਿੱਚ ਪ੍ਰੋਬਲਮਸ ਹੁੰਦੀਆਂ ਨੇ, ਕਈਆਂ ਨੂੰ ਕਿਡਨੀ ਲਾਈਕ ਜਿਵੇਂ ਡਾਲਮੇਸ਼ਨਸ ਨੂੰ ਕਿਡਨੀ ਪ੍ਰੋਬਲਮਸ ਹੁੰਦੇ ਨੇ, ਫਿਰ ਉਹੀ ਪ੍ਰੋਬਲਮਸ ਐਗਰੀਵੇਟ ਹੋ ਜਾਂਦੇ ਨੇ ਠੰਡ ਨਾਲ। ਵੈਸੇ ਖਾਂਸੀ ਖੁਸੀ ਤਾਂ ਹੋ ਹੀ ਜਾਂਦੀ ਹੈ, ਬਟ ਦੇ ਸਟਰੋਂਗ ਡੌਗਸ। ਹਾਂਜੀ, ਵਿੰਟਰ ਸੀਜ਼ਨ 'ਚ ਕੀ ਹੁੰਦਾ ਕਿ ਕੋਟ ਜਿਹੜੇ ਇੱਥੇ ਇੰਡੀਆ 'ਚ ਅਵੇਲੇਬਲ ਨੇ, ਦੇ ਕਵਰ ਦਿਸ ਪਾਰਟ ਓਨਲੀ, ਟਾਪ ਲਾਈਨ ਕਵਰ ਕਰਦੇ ਨੇ, ਬਟ ਹੀ ਵੀ ਸੀ ਟੂਵਰਡਸ ਦ ਚੈਸਟ ਸਾਈਡ ਇੱਥੇ ਸਿਰਫ ਇੱਕ ਸਟੈਪ ਹੁੰਦੀ ਹੈ। ਨਾਰਮਲੀ ਵਿੰਟਰ 'ਚ ਆਪਾਂ ਡੌਗ ਨੂੰ ਕਵਰ ਕਰਕੇ ਰੱਖੀਦਾ, ਅਤੇ ਉਸ 'ਚ ਕੀ ਹੁੰਦਾ ਕਿ ਅੱਧੇ ਘੰਟੇ ਬਾਅਦ ਨਾ ਇਹਨੂੰ ਗਰਮੀ ਜਦੋਂ ਲੱਗਦੀ ਹੈ, ਹੀ ਸਲੀਪ ਔਨ ਦ ਫਲੋਰ, ਅਤੇ ਆਹ ਪਾਰਟ ਹੈ ਜਿਹੜਾ ਚੈਸਟ ਦਾ, ਦੈਟ ਗੈਟਸ ਐਕਸਪੋਜ਼ ਟੂ ਦੀ ਚਿਲ ਇਫੈਕਟ, ਜਿਹਦੇ ਕਰਕੇ ਡੌਗ ਨੂੰ ਹਾਈਪੋਥਰਮੀਆ ਅਤੇ ਅਲਟੀਮੇਟਲੀ ਪ੍ਰਾਇਮਰੀ ਨਮੋਨੀਆ ਸੈਟਅਪ ਹੋ ਜਾਂਦਾ ਹੈ। ਸੋ ਜਿੰਨੇ ਵੀ ਪੈਟ ਓਨਰਸ ਨੇ ਉਹਨਾਂ ਨੂੰ ਮੈਂ ਐਡਵਾਈਜ਼ ਕਰਨਾ ਚਾਹੁੰਦਾ ਕਿ ਜਿਹੜਾ ਕੋਟ ਹੈ ਉਹ ਪੁੱਠਾ ਪਾ ਦੇਣ ਰਾਤ ਨੂੰ। ਯੈਸ, ਬਿਕਾਜ਼ ਦ ਚੈਸਟ ਹੈਜ਼ ਟੂ ਬੀ ਕਵਰਡ, ਔਰ ਕੋਟ ਹੀ ਇਸ ਹਿਸਾਬ ਦਾ ਲੈਣ ਜਿਹੜਾ ਆਸ ਲੋਅਰ ਬੈਲੀ ਏਰੀਆ ਕਵਰ ਕਰਦਾ ਹੋਵੇ, ਚੈਸਟ ਕਵਰ ਕਰਦਾ ਹੋਵੇ। ਇਹ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਸਾਨੂੰ ਹਾਈਪੋਥਰਮੀਆ ਦੀ, ਨਾ ਬਾਡੀ ਟੈਂਪਰੇਚਰ ਘੱਟ ਜਾਂਦਾ ਹੈ ਬਿਕਾਜ਼ ਦੇ ਆਰ ਇਨ ਟੱਚ ਵਿਦ ਦੀ ਫਲੋਰ, ਐਂਡ ਰਾਤ ਨੂੰ ਫਲੋਰ ਦਾ ਟੈਂਪਰੇਚਰ ਹੋਰ ਡਾਊਨ ਹੋ ਜਾਂਦਾ ਹੈ। ਦੂਜੀ ਗੱਲ, ਦ ਮੂਮੈਂਟ ਐਟ ਡੇ ਟਾਈਮ ਜਸਟ ਰਿਮੂਵ ਦ ਕੋਟ, ਅਤੇ ਇਹਦੀ ਕੋਟ ਦੀ ਬਰਸ਼ਿੰਗ ਬਹੁਤ ਜ਼ਰੂਰੀ ਹੈ। ਸੋ ਵਿੰਟਰਸ ਦੇ ਵਿੱਚ ਬਰਸ਼ਿੰਗ ਇਜ਼ ਸਮਥਿੰਗ ਰੀਅਲੀ ਇੰਪੋਰਟੈਂਟ, ਇਟਸ ਰੀਅਲੀ ਹੈਲਪਫੁਲ ਟੂ ਦ ਡੌਗ। ਸੋ ਕੋਟ ਉਤਾਰ ਕੇ ਬਰਸ਼ਿੰਗ ਕਰਨੀ ਹੈ, ਅਤੇ ਰਾਤ ਨੂੰ ਕੋਟ ਜ਼ਰੂਰ ਪਾਉਣਾ ਇਹਦੇ। ਜਦੋਂ ਮਾਰਨਿੰਗ ਇਵਨਿੰਗ ਤੁਸੀਂ ਵੌਕ 'ਤੇ ਲੈ ਕੇ ਜਾਣਾ ਹੈ ਉਦੋਂ ਕੋਟ ਪਾਉਣਾ, ਇਟਸ ਵੈਰੀ ਇੰਪੋਰਟੈਂਟ। ਸੋ ਦੀਜ਼ ਆਰ ਦ ਮੇਜਰ ਫਾਲਟਸ ਇਨ ਦ ਮੈਨੂਫੈਕਚਰਿੰਗ ਆਫ ਕੋਟਸ। ਵੀ ਇੰਡੀਅਨ ਕੰਡੀਸ਼ਨਸ ਦੇ ਹਿਸਾਬ ਨਾਲ ਸਾਨੂੰ ਲੋਅਰ ਵੈਲੀ ਔਰ ਚੈਸਟ ਰੀਜਨ ਕਵਰ ਕਰਨਾ ਜ਼ਰੂਰੀ ਹੈ ਦੈਨ ਦ ਬੈਕ। ਇਹਦੇ 'ਚ ਡਾਕਟਰ ਜਿੱਦਾਂ ਕਈ ਬਰੀਡਸ ਇੱਦਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੋਟ ਦੀ ਜ਼ਰੂਰਤ ਨਹੀਂ ਹੁੰਦੀ। ਫੋਰ ਐਗਜ਼ਾਮਪਲ ਜਿਹੜੇ ਸਨੋ ਡੌਗਸ ਹੁੰਦੇ ਨੇ, ਹਸਕੀ ਹੋ ਗਿਆ, ਸੇਂਟ ਬਰਨਾਰਡ ਹੋ ਗਿਆ, ਜਰਮਨ ਸ਼ੈਫਰਡ ਹੋ ਗਿਆ, ਡਬਲ ਕੋਟਡ ਡੌਗਸ ਵੀ ਹੁੰਦੇ ਨੇ, ਲੇਬਰਾ ਦਾ। ਅਨਫੋਰਚੂਨੇਟਲੀ ਤੁਸੀਂ ਦੇਖੋ ਜਿਹੜੇ ਇਹਨਾਂ ਡੌਗਸ ਨੂੰ ਸਾਡੇ ਕੋਲ ਹਾਈਪੋਥਰਮੀਆ ਦੇ ਸਭ ਤੋਂ ਵੱਧ ਕੇਸ ਸਾਈਬੇਰੀਅਨ ਹਸਕੀ ਅਤੇ ਸੇਂਟ ਬਰਨਾਰਡ ਦੇ ਆਉਂਦੇ ਨੇ, ਬਿਕਾਜ਼ ਜੇ ਤੁਸੀਂ ਟੈਕਨੀਕਲੀ ਦੇਖੋ ਬੈਲੀ ਰੀਜਨ 'ਤੇ ਇੱਥੇ ਹੇਅਰ ਡੈਂਸਿਟੀ ਹੈ ਹੀ ਨਹੀਂ, there is no hair density. This area, belly area and chest area, when it's in touch with the ground, ਉੱਥੋਂ ਇਹਨਾਂ ਨੂੰ ਠੰਡ ਲੱਗਦੀ ਹੈ। ਕਈ ਲੋਕ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਸੀਂ ਡੌਗਸ ਵਾਸਤੇ ਡੌਗ ਸ਼ੂ ਲਏ ਨੇ, ਦੋਜ਼ ਆਰ ਦ ਮੋਸਟ ਡੇਂਜਰਸ ਥਿੰਗਸ, ਨੈਵਰ ਯੂਜ਼ ਦੈਮ, ਬਿਕਾਜ਼ ਡੌਗ ਦੇ ਸਵੈਟ ਗਲੈਂਡ ਸਿਰਫ ਪੌਜ਼ ਦੇ ਵਿੱਚ ਹੁੰਦਾ ਹੈ,
ਤੇ ਜਿਹਨੂੰ ਆਪਾਂ ਕਵਰ ਕਰਤਾ ਇਟ ਵਿਲ ਰਿਮੇਨ ਡਰਾਈ ਤੇ ਉਹਦੇ 'ਚ ਅਲਟੀਮੇਟਲੀ ਪੋਰੋਡਰਮੇਟਾਈਟਿਸ ਸੈਟਅਪ ਹੋ ਜਾਂਦੀ ਹੈ। ਬੇਸਿਕਲੀ ਡੌਗ ਨੂੰ ਠੰਡ ਲੱਗਦੀ ਹੈ ਇੱਥੋਂ ਜਿੱਥੇ ਹੇਅਰ ਡੈਂਸਿਟੀ ਹੈ ਨਹੀਂ ਗੀ। ਈਵਨ ਡਬਲ ਕੋਟ ਜਰਮਨ ਸ਼ੈਪਰਡਸ ਨੇ, ਡਬਲ ਕੋਟਡ ਡੌਗਸ ਨੇ, ਤੁਸੀਂ ਦੇਖੋ ਬੈਲੀ ਏਰੀਆ ਜਿਹੜਾ ਦਿਲ ਬੀ ਹਾਰਡਲੀ ਐਨੀ ਹੇਅਰ ਡੈਂਸਿਟੀ ਬਹੁਤ ਘੱਟ ਹੁੰਦੀ ਹੈ ਉੱਥੇ। ਸੋ ਦੈਟ ਇਜ਼ ਦ ਮੇਨ ਸਾਈਟ ਫਰੋਮ ਵੇਅਰ ਦੇ ਗੈਟ ਦ ਚਿਲ ਇਫੈਕਟ। ਸਰਦੀਆਂ ਦੇ ਵਿੱਚ ਕਿਹੋ ਜਿਹਾ ਫੂਡ ਉਹਨਾਂ ਨੂੰ ਮਤਲਬ ਦੇਣਾ ਚਾਹੀਦਾ ਹੈ, ਤੁਹਾਡਾ ਕੀ ਕਹਿਣਾ ਹੈ? ਐਜ਼ ਫਾਰ ਐਜ਼ ਵਿੰਟਰਸ ਆਰ ਕੰਸਰਨਡ ਖਾਣੇ 'ਚ ਥੋੜ੍ਹੀ ਜਿਹੀ ਮੋਡੀਫਿਕੇਸ਼ਨ ਕਰਨੀ ਹੈ ਆਪਾਂ। ਪ੍ਰੋਟੀਨ ਪਾਰਟ ਹੈਗਾ ਥੋੜ੍ਹਾ ਵਧਾਉਣਾ ਹੈ ਤੁਸੀਂ, ਕਾਰਬੋਹਾਈਡਰੇਟ ਥੋੜ੍ਹਾ ਜਿਹਾ ਘਟਾਉਣਾ ਹੈ, ਸਪੈਸ਼ਲੀ ਕਰਡ ਹੈ ਜਿਹੜਾ ਉਹ ਟੋਟਲੀ ਐਬਸਲੀਟ ਕਰ ਦੇਣਾ, ਆਊਟ ਕਰ ਦੇਣਾ ਫੀਡਿੰਗ 'ਚੋਂ। ਜਿੰਨਾ ਤੁਸੀਂ ਸੈਮੀ ਸੋਲਿਡ ਫੂਡ ਦੋਗੇ ਉਹ ਜ਼ਿਆਦਾ ਛੇਤੀ ਡਾਈਜੈਸਟ ਹੋਏਗਾ ਇਹਨਾਂ ਨੂੰ ਇਨ ਵਿੰਟਰ ਸਪੈਸ਼ਲੀ ਬਿਕਾਜ਼ ਵਿੰਟਰਸ ਦੇ ਹੈਂਪਰ ਦ ਡਾਈਜੈਸ਼ਨ ਐਜ਼ ਵੈਲ। ਸੈਮੀ ਸੋਲਿਡ ਫੂਡਸ ਐਂਡ ਗਿਵ ਲਿਟਲ ਮੋਰ ਕੁਆਂਟਿਟੀ ਆਫ ਪ੍ਰੋਟੀਨ ਦੈਨ ਕਾਰਬੋਹਾਈਡਰੇਟ। ਜਿਹੜੇ ਕਮਰਸ਼ੀਅਲ ਫੂਡਸ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਸੋਕ ਕਰਕੇ ਦਿਓ ਇਨ ਲਿਊਕਵਾਰਮ ਵਾਟਰਸ, ਜਿਵੇਂ ਪੈਡੀਗਰੀ ਹੋ ਗਿਆ, ਦੂਜੀਆਂ ਫੀਡਸ ਨੇ, ਜਸਟ ਸੋਕ ਦੈਮ ਇਨ ਵਾਟਰ for a little while and then you feed him because digestion definitely hamper karda hai। And for senior dogs especially, any dog which is above the age of 7 years koi multivitamin dene zaruri hai in winters especially taaki jehda indigestion part de naal nutrient content loss hoਊਗਾ ਉਹਨੂੰ multivitamin compensate ਕਰ ਦੇਗਾ। ਜਿੱਦਾਂ ਕਹਿੰਦੇ ਕਿ ਡੌਗ ਨੂੰ ਨਾ ਮਤਲਬ ਹਰ 3 ਮੰਥਸ ਦੇ ਵਿੱਚ ਚਾਹੇ ਜਿਹੜੀ ਮਰਜ਼ੀ ਏਜ ਦਾ ਹੋਵੇ ਉਹਨੂੰ ਡੀਵਾਰਮਿੰਗ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ। ਡੀਵਾਰਮਿੰਗ ਕਰਨ ਤੋਂ ਬਾਅਦ ਵੀ ਕਈ ਡੌਗਸ ਦੇਖੇ ਆ ਮੈਂ ਜਿਹੜੇ ਮਤਲਬ ਰੋਡ 'ਤੇ ਜਦੋਂ ਅਸੀਂ ਵਾਕ ਲਈ ਲੈ ਕੇ ਜਾਂਦੇ ਹਾਂ ਤਾਂ ਯੂਜੂਲੀ ਗ੍ਰਾਸ ਖਾਂਦੇ ਨੇ, ਪੱਤੇ ਖਾਂਦੇ ਨੇ, ਉਹਦਾ ਕੀ ਰੀਜ਼ਨ ਹੁੰਦਾ ਹੈ? ਯੈਸ, ਜਦੋਂ ਇਹ ਡੌਗ ਦੇ ਵਿੱਚ ਨੈਚੁਰਲ ਮਕੈਨਿਜ਼ਮ ਹੈ ਕਿ ਜਦੋਂ ਉਹ ਗ੍ਰਾਸ 'ਤੇ ਅਟੈਕ ਕਰ ਰਿਹਾ ਜਾਂ ਗਾਸ ਖਾ ਰਿਹਾ ਹੈ ਤਾਂ ਹੀ ਵਾਂਟਸ ਟੂ ਇਵੈਕੂਏਟ ਹਿਜ਼ ਸਿਸਟਮ। ਉਹਦੇ ਇੰਡਾਈਜੈਸ਼ਨ ਹੋ ਰਹੀ ਹੈ। ਦ ਮੋਮੈਂਟ ਹੀ ਈਟਸ ਗ੍ਰਾਸ ਇਜ਼ ਇਰੀਟੈਂਟ, ਉਹ ਜਿਹੜਾ ਇਰੀਟੈਂਟ ਇੰਡਾਈਜੈਸਟ ਹੈਗਾ ਉਹ ਬਾਹਰ ਆ ਜਾਂਦਾ ਹੈ। ਸੋ ਹੀ ਵਿਲ ਵੋਮਿਟ। ਸੋ ਦੈਟਸ ਅ ਨੈਚੁਰਲ ਟੈਂਡੈਂਸੀ ਆਫ ਅ ਡੌਗ ਟੂ ਕੀਪ ਹਿਮਸੈਲਫ ਫਿਟ। ਇਟਸ ਨਾਟ ਅ ਡਿਜ਼ੀਜ਼, ਇਟਸ ਨਾਟ ਅ ਪੈਥੋਲੋਜੀ, ਕਿਉਂਕਿ ਇਹ ਰੋਜ਼ ਨਹੀਂ ਹੋਊਗਾ। ਇਹ ਵਨਸ ਇਨ ਅ ਵਾਈਲ ਇਫ ਦ ਡੌਗ ਇਜ਼ ਡੂਇੰਗ, ਡੋਂਟ ਵਰੀ ਅਬਾਊਟ ਦੈਟ। ਦੈਟਸ ਅ ਨੈਚੁਰਲ ਮੈਕੈਨਿਜ਼ਮ ਕਿ ਜਿਹੜਾ ਐਸਿਡ ਰਿਫਲਕਸ ਹੈਗਾ ਉਹ ਬਾਹਰ ਆ ਜਾਏ। ਡੀਵਾਰਮਿੰਗ ਦੇ ਨਾਲ ਵੋਮਿਟ ਦਾ ਕੋਈ ਤਾਲੁਕ ਨਹੀਂ ਹੁੰਦਾ। ਡੀਵਾਰਮਿੰਗ ਹੈਜ਼ ਟੂ ਬੀ ਡਨ ਆਫ ਐਵਰੀ ਡੌਗ ਐਵਰੀ 3 months, 3 to 4 months ਕਰ ਦੇਣੀ ਚਾਹੀਦੀ ਹੈ। ਬਟ ਜੇ ਤੁਸੀਂ ਇਹ ਕਹੋਗੇ ਕੀ ਸਿੰਪਟਮ ਹੈ, ਘਾਹ ਖਾ ਰਿਹਾ ਤੇ ਵੋਮਿਟ ਕਰ ਰਿਹਾ, ਤਾਂ ਦੇ ਕੁਡ ਬੀ ਅ ਵਾਰਮ ਲੋਡ। ਨੋ ਕੋਰਿਲੇਸ਼ਨ। ਡੀਵਾਰਮਿੰਗ ਹੈਜ਼ ਟੂ ਬੀ ਡਨ ਐਵਰੀ 3 months। ਵੈਸੇ ਸਰਦੀਆਂ ਦੇ ਮੌਸਮ ਦੇ ਵਿੱਚ ਦੇਖਿਆ ਜਾਵੇ ਤਾਂ ਲੋਕ ਜ਼ਿਆਦਾਤਰ ਆਪਣੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਕੌਨਸ਼ੀਅਸ ਹੁੰਦੇ ਨੇ ਕਿ ਆਪਣੇ ਬੱਚੇ ਨੂੰ, ਆਪਣੇ ਪੈਟ ਨੂੰ ਅਸੀਂ ਕਿੱਦਾਂ ਕੇਅਰ ਕਰੀਏ, ਚਾਹੇ ਉਹ ਕੈਟਸ ਹੋਣ ਚਾਹੇ ਉਹ ਡੌਗਸ ਹੋਣ। ਤਾਂ ਜਿਹੜੀ ਪ੍ਰੋਬਲਮ ਤੁਸੀਂ ਹੁਣੇ ਡੌਗ ਦੀ ਡਿਸਕਸ ਕੀਤੀ ਕਿ ਠੰਡ ਉਹਨਾਂ ਨੂੰ ਜਿੱਦਾਂ ਟੰਮੀ ਤੋਂ ਉਹਨਾਂ ਨੂੰ ਬਹੁਤ ਠੰਡ ਚੜ੍ਹਦੀ ਹੈ ਕਿਉਂਕਿ ਫਲੋਰ 'ਤੇ ਪੈ ਜਾਂਦੇ ਨੇ, ਐਂਡ ਸੇਮ ਚੀਜ਼ ਕਿ ਕੈਟਸ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਕੈਟਸ ਦੇ ਵਿੱਚ ਨਾ ਇੱਕ ਨੈਚੁਰਲ ਕਰਲਿੰਗ ਐਬਿਲਿਟੀ ਹੁੰਦੀ ਹੈ, ਉਹ ਬਿਲਕੁਲ ਕਰਲ ਕਰ ਜਾਂਦੀ ਹੈ। ਸੋ ਕੈਟਸ ਦੇ ਬੇਸਿਕਲੀ ਡੋਂਟ ਰਿਕੁਆਇਰ ਕੋਟਸ। ਸੋ ਕੈਟ ਦੀ ਫਰ ਡੌਗ ਨਾਲੋਂ ਡਿਫਰੈਂਟ ਹੁੰਦੀ ਹੈ ਅਤੇ ਕੈਟ 'ਚ ਨਾ ਕਰਲਿੰਗ ਐਬਿਲਿਟੀ ਹੁੰਦੀ ਹੈ ਬਹੁਤ ਜ਼ਿਆਦਾ, ਤਾਂ ਕਰਲਿੰਗ ਦੇ ਨਾਲ ਉਹਨਾਂ ਨੂੰ ਠੰਡ ਨਹੀਂ ਲੱਗਦੀ। ਸੋ ਕੈਟ ਕੋਟ ਇਜ਼ ਨਾਟ ਰਿਕਮੈਂਡਡ, ਨਾਟ ਰਿਕੁਆਇਰਡ ਇਨ ਇੰਡੀਅਨ ਕੰਡੀਸ਼ਨਸ। ਬਟ ਫॉर ਡੌਗਸ ਯੈਸ, ਕੋਟ ਤੁਸੀਂ ਉਹ ਲਓ ਜਿਹੜਾ ਇਹਦੀ ਐਬਡੋਮਨ ਅਤੇ ਬੈਲੀ ਨੂੰ ਕਵਰ ਕਰੇ। ਜੇ ਤੁਸੀਂ ਟੌਪ ਕਵਰਿੰਗ ਕੋਟ ਲੈਣਾ ਹੈਗਾ ਜਾਂ ਤੁਹਾਡੇ ਕੋਲ ਹੈਗਾ ਤਾਂ ਉਹਨੂੰ ਰਾਤ ਨੂੰ ਪੁੱਠਾ ਪਾ ਦਿਓ ਤੁਸੀਂ, ਤਾਂ ਕਿ ਉਹਦੀ ਬੈਲੀ ਕਵਰਡ ਰਹੇ। ਨਾਰਮਲੀ ਮਾਰਕੀਟ 'ਚ ਬਲੈਂਕਟਸ, ਡੌਗ ਬੈਡਸ ਸਭ ਕੁਛ ਅਵੇਲੇਬਲ ਹੁੰਦਾ ਹੈ, ਪਰ ਡੌਗ 1-2 ਘੰਟੇ ਉਹਦੇ ਬਹਿ ਕੇ ਦੇ ਵਿਲ ਪ੍ਰੈਫਰ ਟੂ ਸਲੀਪ ਔਨ ਦਾ ਫਲੋਰ। ਜਿਹੜੀ ਤੁਹਾਡੇ ਇਹਦੇ ਲਿਵਿੰਗ ਰੂਮ 'ਚ ਕਿਤੇ ਵੀ ਫਲੋਰਿੰਗ ਜਿਹੜੀ ਹੈਗੀ ਉਹਨੂੰ ਤੁਸੀਂ ਕਵਰ ਕਰ ਲਓ, ਟੈਂਪਰਰਲੀ ਕਵਰ ਕਰ ਲਓ ਮੈਟਰਸ ਦੇ ਨਾਲ ਜਾਂ ਕਿਸੇ ਵੀ ਚੀਜ਼ ਨਾਲ ਕਵਰ ਕਰ ਲਓ, ਤਾਂ ਕਿ ਆ ਜਿਹੜੇ ਸਿਵੀਅਰ ਵਿੰਟਰ ਦੇ ਦਿਨ ਹੈਗੇ 15-20 ਦਿਨ ਇਹ ਨਿਕਲ ਜਾਣ। ਫਲੋਰਿੰਗ ਕਿਉਂਕਿ ਨਾਰਮਲੀ ਆਪਣੇ ਕਾਰਪਟਸ ਨਹੀਂ ਹੁੰਦੇ ਇੰਡੀਆ 'ਚ, ਅਤੇ ਟੈਂਪਰੇਰੀਲੀ ਤੁਸੀਂ ਕਵਰ ਕਰ ਸਕਦੇ ਹੋ ਜਿਹੜਾ ਵੀ ਤੁਹਾਡਾ ਫਲੋਰ ਏਰੀਆ ਹੈਗਾ ਉਹਨੂੰ ਕਵਰ ਕਰ ਸਕਦੇ ਹੋ ਤਾਂ ਕਿ ਇਹਨਾਂ ਨੂੰ ਠੰਡ ਨਾ ਚੜ੍ਹੇ। ਡਾਕਟਰ ਬੀਇੰਗ ਅ ਡਾਕਟਰ, ਤੁਹਾਨੂੰ ਰੋਜ਼ ਦੇ ਵਿੱਚ ਵਿੰਟਰ ਸੀਜ਼ਨ ਦੀ ਅਗਰ ਗੱਲ ਕਰਾਂ ਤਾਂ ਇਸ ਸੀਜ਼ਨ ਦੇ ਵਿੱਚ ਰੋਜ਼ ਤੁਹਾਨੂੰ ਕਿਹੋ ਜਿਹੇ ਚੈਲੰਜਿਸ ਹੈ ਜਿਹੜੇ ਫੇਸ ਕਰਨੇ ਪੈਂਦੇ ਨੇ? ਡੌਗਸ ਦੇ ਵਿੱਚ ਹਾਈਪੋਥਰਮੀਆ ਕਰਕੇ ਜਿਹੜਾ ਬਿਲਰੀ ਸਿਸਟਮ ਹੈਗਾ, ਡਾਈਜੈਸ਼ਨ ਪਾਰਟ ਤਾਂ ਲੋਅਰ ਹੋ ਜਾਂਦਾ ਹੀ ਹੁੰਦਾ ਇਹਨਾਂ ਦਾ, ਦੇ ਸਟਾਰਟ ਵੋਮਿਟਿੰਗ। ਅਤੇ ਸਮਟਾਈਮਸ ਚਿਲ ਇਫੈਕਟ ਇੰਨਾ ਹੁੰਦਾ, ਇਹਦਾ ਕਮੂਲੇਟਿਵ ਇਫੈਕਟ ਹੁੰਦਾ, ਇਕੱਠਾ ਆਉਂਦਾ ਰਹਿੰਦਾ ਅੰਦਰ, ਅਤੇ ਦੇ ਸਟਾਰਟ ਵੋਮਿਟਿੰਗ ਬਲੱਡ। So that's the biggest challenge. When the dog starts vomiting blood, then it's an emergency. We are able to save around 80% of the dogs, but 20% ਦੇ ਵਿੱਚ severity ਇੰਨੀ ਹੋ ਜਾਂਦੀ ਹੈ ਕਿ common bile duct CBD rupture ਦੇ ਬਹੁਤ ਕੇਸ ਆ ਜਾਂਦੇ ਨੇ, ਉਹਦੇ 'ਚ ਅਸੀਂ we are helpless. So ਮੈਂ ਪੈਟ ਪੇਰੈਂਟਸ ਨੂੰ ਇਹੀ ਐਡਵਾਈਜ਼ ਕਰਦਾ ਵੀ ਜਦੋਂ ਵੀ ਤੁਹਾਡੇ ਡੌਗ ਨੂੰ
ਕੋਈ ਇਹੋ ਜਿਹਾ ਵੋਮਿਟ ਦਾ ਸਿੰਪਟਮ ਆਉਂਦਾ ਹੈ ਸਪੈਸ਼ਲੀ ਇਨ ਵਿੰਟਰਸ ਜਿਹਦੇ 'ਚ ਵੋਮਿਟ ਦਾ ਕਲਰ ਚੇਂਜ ਹੋ ਰਿਹਾ, ਇਟਸ ਕਮਿੰਗ ਪਿੰਕ ਔਰ ਰੈਡ, immediately rush to a veterinarian and take his help because that will be the life-saving point. He needs critical care there. ਸਾਡੇ ਕੋਲੇ ਹਾਈਪੋਥਰਮੀਆ ਦੇ ਕੇਸ ਮਤਲਬ ਐਟ ਪ੍ਰੈਜ਼ੈਂਟ 60% ਕੇਸ ਹਾਈਪੋਥਰਮੀਆ ਦੇ ਮਤਲਬ ਬੋਡੀ ਟੈਂਪਰੇਚਰ ਘਟ ਗਿਆ ਤੇ ਡੌਗ ਨੂੰ ਮੇਨਟੇਨ ਨਹੀਂ ਕਰ ਪਾ ਰਿਹਾ। ਸੋ ਵੀ ਆਰ ਗੈਟਿੰਗ ਦੋਜ਼ ਕੇਸਿਸ ਆਫ ਹਾਈਪੋਥਰਮੀਆ ਤੇ ਹਾਈਪੋਥਰਮੀਆ 'ਚ ਅਸੀਂ ਫਿਰ ਵਾਰਮ ਫਲੂਇਡ, ਮਲਟੀਵਾਈਟਾਮਿਨਸ, ਐਂਟੀਬਾਇਓਟਿਕਸ ਤੇ ਜਿਹੜੀ ਸਿੰਪਟੋਮੈਟਿਕ ਟ੍ਰੀਟਮੈਂਟ ਹੁੰਦੀ ਹੈ ਉਹ ਕਰਦੇ ਹਾਂ। That's how we manage the ill effect of chill. ਕਈ ਡੌਗਸ ਦੇਖੇ ਕਿ ਸਰਦੀਆਂ 'ਚ ਖਾਣਾ ਖਾਣਾ ਵੀ ਛੱਡ ਦਿੰਦੇ ਨੇ। ਖੈਰ ਗਰਮੀਆਂ 'ਚ ਵੀ ਬਹੁਤ ਸਾਰੇ ਡੌਗਸ ਖਾਣਾ ਖਾਣਾ ਛੱਡ ਦਿੰਦੇ ਨੇ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ, ਬਟ ਸਰਦੀਆਂ 'ਚ ਖਾਣਾ ਖਾਣਾ ਕਿਉਂ ਛੱਡ ਦਿੰਦੇ ਨੇ, ਇਹ ਚੀਜ਼ ਮੈਨੂੰ ਤੇ ਨਹੀਂ ਸਮਝ ਆਈ ਅੱਜ ਤੱਕ। ਓਕੇ, ਦੇਖੋ ਇੱਕ ਤਾਂ ਡਾਈਜੈਸ਼ਨ ਪ੍ਰੋਸੈਸ ਸਲੋ ਹੁੰਦਾ ਹੈ ਸਰਦੀਆਂ 'ਚ, ਉੱਤੋਂ ਫੀਡ ਆਪਾਂ ਥੋੜ੍ਹੀ ਜਿਹੀ ਮੋਡੀਫਾਈ ਕਰਨੀ ਹੈ। ਜਿਵੇਂ ਖਾਣਾ ਹੈ ਉਹ ਤੁਸੀਂ 10 ਮਿੰਟ ਪਿਆ ਰਹਿਣ ਦਿੱਤਾ ਤਾਂ ਠੰਡਾ ਹੋ ਜਾਣਾ ਹੈ। ਸੋ ਹੀ ਵੋਂਟ ਬੀ ਏਬਲ ਟੂ ਟੇਕ ਦੈਟ chilled food. Put some lukewarm water on that, sprinkle lukewarm water, he'll start eating that. ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੂਪਸ ਦੀ ਕੁਆਂਟੀਟੀ ਵਧਾ ਦਿਓ, ਇੱਕ ਵਾਰ ਦੁਪਹਿਰੇ ਦੇ ਦਿਓ, ਇੱਕ ਵਾਰ ਰਾਤ ਨੂੰ ਸੂਪ ਜ਼ਰੂਰ ਦੇ ਦਿਓ। ਲੈਟ ਇਟ ਬੀ ਚਿਕਨ ਔਰ ਮਟਨ ਸੂਪ ਔਰ ਲੈਟ ਇਟ ਬੀ ਵੈਜੀਟੇਬਲ ਸੂਪ। ਸੂਪਸ ਦੇ ਨਾਲ ਕੀ ਇੱਕ ਤਾਂ ਪੈਲੇਟੇਬਿਲਿਟੀ ਵੱਧ ਜਾਏਗੀ ਅਤੇ ਐਪੇਟਾਈਟ ਵੱਧ ਜਾਏਗਾ ਇਹਦਾ। ਸੋ ਇੰਨੀ ਕੁ ਥੋੜ੍ਹੀ ਜਿਹੀ ਡਾਈਟਰੀ ਮੋਡੀਫਿਕੇਸ਼ਨ ਆਪਾਂ ਨੂੰ ਵਿੰਟਰਸ ਕਰਨੀ ਚਾਹੀਦੀ ਹੈ। ਐਂਡ ਅਗੇਨ ਆਈ ਵਿਲ ਸਟ੍ਰੈਸ ਔਨ ਦਿਸ ਪਾਰਟ ਵੀ ਦਹੀਂ ਨੂੰ ਟੋਟਲੀ ਇਹਨਾਂ ਦੀ ਡਾਈਟ 'ਚੋਂ ਐਬਸੋਲੀਟ ਕਰ ਦਿਓ ਇਨ ਵਿੰਟਰਸ, ਬਿਲਕੁਲ ਕੱਢ ਦਿਓ ਬਾਹਰ ਉਹਨੂੰ। ਇਸ ਸੀਜ਼ਨ ਦੇ ਵਿੱਚ ਯੂਜੂਅਲੀ ਲੋਕ, ਵੈਸੇ ਤਾਂ ਅਸੀਂ ਖੁਦ ਹੀ ਨਹੀਂ ਰਜਾਈਆਂ 'ਚੋਂ ਬਾਹਰ ਨਿਕਲਦੇ ਤੇ ਅਸੀਂ ਆਪਣੇ ਪੈਟ ਨੂੰ ਬਾਹਰ ਵਾਕ ਕਰਨ ਲਈ ਕੀ ਲੈ ਕੇ ਜਾਣਾ, ਬਟ ਕਿੰਨਾ ਕੁ ਜ਼ਰੂਰੀ ਹੈ ਸਰਦੀਆਂ ਦੇ ਵਿੱਚ ਡੌਗ ਨੂੰ ਵਾਕ ਕਰਾਉਣਾ? ਜ਼ਰੂਰੀ ਹੈ ਵੀ ਕਿ ਨਹੀਂ ਹੈ? ਤੇ ਅਗਰ ਜ਼ਰੂਰੀ ਹੈ ਤਾਂ ਕਿੱਦਾਂ ਦੇ ਵੈਦਰ 'ਚ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਜਾ ਸਕਦੇ ਹਾਂ? ਰਾਈਟ, ਇਟਸ ਵੈਰੀ ਇੰਪੋਰਟੈਂਟ ਕਿ ਮਾਰਨਿੰਗ ਅਤੇ ਇਵਨਿੰਗ ਪੈਟ ਨੂੰ ਬਾਹਰ ਲੈ ਕੇ ਜਾਣਾ ਹੈ ਸੋ ਦੈਟ ਹੀ ਕੈਨ ਅਟੈਂਡ ਟੂ ਦ ਕਾਲ ਆਫ ਨੇਚਰ। ਇਟਸ ਵੈਰੀ ਵੈਰੀ ਇੰਪੋਰਟੈਂਟ। ਜੇ ਤੁਸੀਂ ਕਹੋਗੇ ਅਸੀਂ ਇਹਨੂੰ ਘਰੋਂ ਬਾਹਰ ਨਹੀਂ ਲੈ ਕੇ ਜਾਣਾ, that's cruelty basically. So in winter especially, just take them out for long walks morning and evening. ਤੇ as far as the weather is concerned, ਜੇ ਤੁਹਾਨੂੰ ਲੱਗਦਾ ਬਾਹਰ ਧੁੰਦ ਬਹੁਤ ਜ਼ਿਆਦਾ ਹੈਗੀ ਹੈ ਤਾਂ put a coat on him, then take him out. But walk 20 to 30% ਵਧਾ ਦੇਣੀ ਹੈ ਵਿੰਟਰ ਸਗੋਂ। ਸੋ ਇੱਦਾਂ ਨਹੀਂ ਕਰਨਾ ਕਿ ਬਾਹਰ ਠੰਡ ਹੈਗੀ ਤਾਂ ਡੌਗ ਨੂੰ ਬਾਹਰ ਨਹੀਂ ਲੈ ਕੇ ਜਾਣਾ। ਨੋ, ਨਾਟ ਲਾਈਕ ਦੈਟ। ਤੇ ਜਿੱਦਾਂ ਹੁਣੇ ਅਸੀਂ ਗੱਲ ਕੀਤੀ ਸੀ ਕਿ ਜਿਹੜੇ ਸਨੋ ਡੌਗਸ ਹੁੰਦੇ ਨੇ, ਜਦੋਂ ਅਸੀਂ ਬਾਹਰ ਲੈ ਕੇ ਜਾਣਾ ਠੰਡ ਦੇ ਟਾਈਮ 'ਤੇ, ਉਹਨਾਂ ਨੂੰ ਵੀ ਮਤਲਬ ਕੰਪਲਸਰੀ ਕਿ ਅਸੀਂ ਕੋਟ ਵੇਅਰ ਕਰਵਾ ਕੇ ਹੀ ਲੈ ਕੇ ਜਾਣਾ ਜਾਂ ਵਿਦਆਊਟ ਕੋਟ ਵੀ ਉਹਨਾਂ ਨੂੰ ਲੈ ਕੇ ਜਾ ਸਕਦੇ ਹਾਂ? ਸੀ ਜਿਹੜੇ ਸਨੋ ਲਾਈਨ ਡੌਗਸ ਨੇ, ਜਿਵੇਂ ਸਾਈਬੇਰੀਅਨ ਹਸਕੀ ਹੈ, ਸੇਂਟ ਬਰਨਾਰਡ ਹੈਗਾ, ਦੇ ਆਰ ਬਰੈਡ ਇਨ ਇੰਡੀਆ ਨਾਓ। ਉਹਨਾਂ ਦੇ ਪੇਰੈਂਟਸ, ਉਹਨਾਂ ਦੀ ਕਈ ਜਨਰੇਸ਼ਨਸ ਇੰਡੀਆ 'ਚ ਹੀ ਬਰੀਡ ਕੀਤੀਆਂ। ਸੋ ਦੇ ਹੈਵ ਐਕਲੀਮੇਟਾਈਜ਼ ਟੂ ਆਰ ਇੰਡੀਅਨ ਕੰਡੀਸ਼ਨਸ, ਬਟ ਦੈਟਸ ਵਾਈ ਕੋਟ ਉਹਨਾਂ ਲਈ ਵੀ ਓਨਾ ਹੀ ਜ਼ਰੂਰੀ ਹੈ ਕਿਉਂਕਿ ਸਾਨੂੰ ਜ਼ਿਆਦਾ ਕੇਸਿਸ ਹਾਈਪੋਥਰਮੀਆ ਦੇ ਇਹਨਾਂ ਸਨੋ ਲਾਈਨ ਡੌਗਸ ਦੇ ਹੀ ਆ ਰਹੇ ਨੇ ਬਿਕਾਜ਼ ਦੇ ਹੈਵ ਅਡੈਪਟਡ ਟੂ ਇੰਡੀਅਨ ਕੰਡੀਸ਼ਨਸ। ਮੈਂ ਇਹੀ ਸੁਣਿਆ ਸੀਗਾ ਜਾਂ ਮਤਲਬ ਮੈਂ ਇਹੀ ਹਿਸਟਰੀ ਜਿਹੜੀ ਉਹਨਾਂ ਦੀ ਪੜ੍ਹੀ ਹੈ ਇਹੀ ਪੜ੍ਹੀ ਹੈ, ਮੇਰੇ ਵਾਂਗ ਬਾਕੀਆਂ ਨੇ ਵੀ ਇਹੀ ਪੜ੍ਹੇ ਹੋਏਗੇ ਜਿਹਨਾਂ ਕੋਲ ਸਨੋ ਡੌਗਸ ਨੇ। ਹਸਕੀ ਹੋ ਗਿਆ, ਸੇਂਟ ਬਰਨਾਰਡ ਹੋ ਗਿਆ, ਹੈ ਨਾ, ਸਿੱਜੂ ਹੋ ਗਿਆ, ਇਨਫੈਕਟ ਉਹਦੇ ਵੀ ਬਹੁਤ। ਇਹ ਤਿੰਨੇ ਬਰੀਡਸ ਜਿਹਨਾਂ ਦਾ ਤੁਸੀਂ ਨਾਂ ਲਿਆ ਹੈ, ਇਹਨਾਂ ਨੂੰ ਹੀ ਹਾਈਪੋਥਰਮੀਆ ਜ਼ਿਆਦਾ ਹੁੰਦਾ ਹੈ। ਤੁਸੀਂ ਦੇਖੋ ਜਿਹੜੇ ਆਪਣੇ ਸਟਰੀਟੀਜ਼ ਨੇ, ਸਟਰੀਟ ਡੌਗਸ ਨੇ, we don't find any case of hypothermia, but ਜਿੰਨੀਆਂ ਇਹ ਸਨੋ ਲਾਈਨ ਬਰੀਡਸ ਨੇ, ਇੰਪੋਰਟਡ ਬਰੀਡਸ ਨੇ, ਇਹਨਾਂ ਨੂੰ ਹਾਈਪੋਥਰਮੀਆ ਜ਼ਿਆਦਾ ਹੋ ਰਿਹਾ ਬਿਕਾਜ਼ ਦੇ ਆਰ ਬਰੈਡ ਇਨ ਇੰਡੀਆ ਨਾਓ, ਸੋ ਦੇ ਆਰ no more snow line, so they are in Indian conditions. They have seen 5 degree temperature and they have seen 45 degree temperature, so they have adapted to the Indian conditions. ਸਟ੍ਰੇ ਡੌਗਸ ਦਾ ਹੁਣੇ ਜ਼ਿਕਰ ਛੇੜਿਆ ਸੀ ਤੇ ਮੇਰੇ ਮਾਈਂਡ 'ਚ ਉਹਨਾਂ ਲਈ ਵੀ ਕੁਛ ਆਇਆ। ਬਾਹਰ ਗਲੀ 'ਚ ਜਿਹੜੇ ਸਟ੍ਰੇ ਡੌਗਸ ਹੁੰਦੇ ਨੇ ਉਹਨਾਂ ਲਈ ਵੀ ਅਸੀਂ ਬਹੁਤ ਕੌਨਸ਼ੀਅਸ ਹੁੰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਵੀ ਅਸੀਂ ਲੁੱਕ ਆਫਟਰ ਕਰ ਸਕੀਏ, ਚਾਹੇ ਬਾਹਰ ਰੋਡ 'ਤੇ ਹੀ ਕਰ ਸਕੀਏ। ਤਾਂ ਉਹਦੇ 'ਚ ਅਸੀਂ ਕਿੱਦਾਂ ਉਹਨਾਂ ਨੂੰ ਲੁੱਕ ਆਫਟਰ ਕਰ ਸਕਦੇ ਹਾਂ ਐਂਡ ਉਹਨਾਂ ਨੂੰ ਕਿੱਦਾਂ ਦੀ ਪ੍ਰੋਬਲਮ ਫੇਸਿਸ ਕਰਨੀਆਂ ਪੈਂਦੀਆਂ ਵਿੰਟਰ ਸੀਜ਼ਨ 'ਚ? ਵਿੰਟਰ ਸੀਜ਼ਨ 'ਚ ਕੀ ਹੈ, ਬੇਸਿਕਲੀ ਚਿਲ ਇਫੈਕਟ ਹੈਗਾ। ਤੇ ਮੈਂ ਐਡਵਾਈਜ਼ ਕਰੂੰਗਾ ਜਿੰਨੇ ਵੀ ਪੈਟ ਲਵਰਸ ਨੇ ਕਿ ਇੰਡੀਅਨ ਸਟਰੀਟੀਜ਼ ਵਾਸਤੇ ਜ਼ਰੂਰ ਸਭ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਕੋਈ ਵੀ ਬਲੈਂਕਟ ਜਾਂ ਬੈਡਿੰਗਸ ਪ੍ਰੋਵਾਈਡ ਕਰੋ ਉਹਨਾਂ ਨੂੰ। ਜੇ ਕੁਛ ਨਹੀਂ ਹੁੰਦਾ ਤਾਂ ਈਵਨ ਜਿਹੜੀਆਂ ਗਨੀ ਬੈਗਸ, ਬੋਰੀਆਂ ਪ੍ਰੋਵਾਈਡ ਕਰ ਦਿਓ ਤਾਂ ਕਿ ਉਹ ਰਾਤ ਨੂੰ ਜਦੋਂ ਧੁੰਦ ਪੈਂਦੀ ਹੈ ਐਟਲੀਸਟ ਉਹ ਉਸ ਚਿਲ ਇਫੈਕਟ ਤੋਂ ਥੋੜ੍ਹਾ ਬਹੁਤ ਬਚ ਸਕਣ। ਸੈਕੰਡਲੀ, ਕੁਛ ਨਾ ਕੁਛ ਇਹਨਾਂ ਨੂੰ ਖਾਣ ਨੂੰ ਜ਼ਰੂਰ ਦਿਓ। ਲੈਟ ਇਟ ਬੀ ਬੋਇਲਡ ਐਗਸ, ਲੈਟ ਇਟ ਬੀ ਰਾਈਸ, ਲੈਟ ਇਟ ਬੀ ਬਿਸਕਿਟਸ, ਕੁਛ ਨਾ ਕੁਛ ਜ਼ਰੂਰ ਦਿਓ ਬਿਕਾਜ਼ ਵਿੰਟਰਸ ਦੇਖੋ ਆਪਾਂ ਤਾਂ ਰਜਾਈ 'ਚ ਅੰਦਰ ਬੈਠ ਜਾਂਦੇ ਹਾਂ ਅਤੇ ਇਹ ਵਿਚਾਰੇ ਬਾਹਰ ਤੁਰੇ ਫਿਰਦੇ ਆ। ਸੋ ਵੀ ਸ਼ੁੱਡ ਡੂ ਸਮਥਿੰਗ ਫॉर these streeties, especially in terms of bedding and in terms of food. That's it. ਤੇ ਇਹਨਾਂ ਦੇ ਵਿੱਚ ਵੀ ਵਿੰਟਰ ਸੀਜ਼ਨ 'ਚ ਕੋਈ ਹੈਲਥ ਇਸ਼ੂ ਸਾਨੂੰ ਮਿਲਦਾ ਹੈ ਦੇਖਣ ਨੂੰ ਜਾਂ ਮਤਲਬ ਇੱਦਾਂ? ਦੇਖੋ ਜਿਹੜੇ ਸਟਰੀਟੀਜ਼ ਨੇ ਇਹਨਾਂ ਦੀ ਇਮਿਊਨਿਟੀ ਲੈਵਲ
ਜਿਹੜੇ ਪੈਟ ਡੌਗਸ ਨੇ ਉਹਨਾਂ ਨਾਲੋਂ ਵੱਧ ਹੁੰਦਾ ਹੈ। ਸੋ ਦੇ ਹੈਵ ਅ ਬੈਟਰ ਐਬਿਲਿਟੀ ਟੂ ਫਾਈਟ ਦ ਚਿਲ। ਉਹਨਾਂ ਨੂੰ ਕੰਪੈਰੇਟਿਵਲੀ ਜਿਹੜਾ ਇੰਸੀਡੈਂਸ ਹੈਗਾ ਉਹ ਬਹੁਤ ਘੱਟ ਹੈ ਇਹਨਾਂ 'ਚ ਫॉर द डिजीज़ पार्ट एंड फॉर द इल चिल इफेक्ट बहुत घट है बिकॉज दे सर्वाइव इन वेरी हार्श कंडीशनस बिकॉज पापीहुड तो ही जो छोटे होंदे तो इन्होंने बड़ी हार्श कंडीशनस देखिया होंदियां। सो पैट डॉग नालों स्टीटीज़ दे विच चिल इल जिहड़े चिल इफेक्ट दे सिम्पटम्स ने बहुत घट आउंदे ने। बट फिर भी मैं सारिਆਂ ਨੂੰ ਇਹ अपील करदा पैट लवर होण ना होण कि स्टीटीज़ वास्ते सर्दियां दे विच जरूर कुछ ना कुछ करो। दैट्स वेरी इंपॉर्टेंट। ਥੈਂਕ ਯੂ। ਇੱਕ ਚੀਜ਼ ਹੋਰ ਬੜੀ ਦੇਖਣ ਨੂੰ ਮਿਲਦੀ ਹੈ ਕਿ ਸਰਦੀਆਂ ਦੇ ਵਿੱਚ ਚਾਹੇ ਕੋਈ ਵੀ ਡੌਗ ਬਰੀਡ ਹੋਵੇ, ਕੋਈ ਵੀ ਡੌਗ ਹੋਵੇ, ਉਹਨੂੰ ਖੁਸ਼ਕੀ ਦਾ ਬਹੁਤ ਹੁੰਦਾ ਹੈ। ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਕੋਟ ਉਤਾਰ ਕੇ ਉਹਨਾਂ ਨੂੰ ਕਾਮ ਕਰਨਾ ਹੈ, ਅਤੇ ਕਈ ਵਾਰ ਕਾਮ ਕਰਨ 'ਤੇ ਸਾਨੂੰ ਨੀਚੇ ਉਹਨਾਂ ਦੇ ਬਹੁਤ ਬਰਾਈਟਨੈਸ ਵੀ ਮਿਲਦੀ ਹੈ। ਡੌਗਸ ਦੇ ਵਿੱਚ ਵੀ ਨਮੀ ਦੀ ਕਮੀ ਆ ਜਾਂਦੀ ਹੈ, ਅਤੇ ਜੇ ਉਹਨੂੰ ਕਿੱਦਾਂ ਅਸੀਂ ਲੁੱਕ ਆਫਟਰ ਕਰ ਸਕਦੇ ਹਾਂ ਫਿਰ? ਯੈਸ, ਡੌਗਸ ਦੀ ਸਕਿਨ ਦੇ ਵਿੱਚ ਨਾ ਨੈਚੁਰਲ ਆਇਲ ਹੁੰਦਾ ਹੈ। ਜਿੰਨਾ ਤੁਸੀਂ ਇਹਨਾਂ ਨੂੰ ਬਰਸ਼ਿੰਗ ਕਰੋਗੇ ਉਹਨਾਂ ਆਇਲ ਵਧੇਗਾ, ਜਿੰਨਾ ਤੁਸੀਂ ਨਵਾਓਗੇ ਇਹਨਾਂ ਨੂੰ, ਜਿੰਨਾ ਸੋਪ ਜਾਂ ਡਿਟਰਜੈਂਟ ਯੂਜ਼ ਕਰੋਗੇ ਉਹਨਾਂ ਆਇਲ ਡਿਪਲੀਟ ਹੋਏਗਾ। ਸੋ ਸਰਦੀਆਂ ਦੇ ਵਿੱਚ ਬਰਸ਼ਿੰਗ ਪਲੇਜ਼ ਅ ਵੈਰੀ ਮੇਜਰ ਰੋਲ। ਜਦੋਂ ਤੁਸੀਂ ਬਰਸ਼ਿੰਗ ਕਰਦੇ ਹੋ, ਰਿਵਰਸ ਬਰਸ਼ਿੰਗ ਕਰਨੀ ਹੈ ਇੱਧਰੋਂ, ਤੁਸੀਂ ਦੇਖੋ ਡੌਗਸ ਦੇ ਵਿੱਚ ਫਰਮ ਟੇਲ ਟੂ ਹੈਡ ਡੂ ਇਟ 4 times, ਫਰਮ ਹੈਡ ਟੂ ਟੇਲ ਡੂ ਇਟ ਵਨਸ। ਬਿਕੋਜ਼ ਜੇ ਤੁਸੀਂ ਰਿਵਰਸ ਕਰੋਗੇ ਬਰਸ਼ਿੰਗ ਤਾਂ ਹੀ ਜਿਹੜੇ ਬ੍ਰਿਸਲਸ ਨੇ ਉਹ ਸਕਿਨ ਨੂੰ ਟੱਚ ਕਰਨਗੇ। ਸੋ ਬਰਸ਼ਿੰਗ ਪਲੇਜ਼ ਅ ਮੇਜਰ ਰੋਲ ਇਨ ਵਿੰਟਰਸ। ਇੱਕ ਹੋਰ ਚੀਜ਼ ਮੈਂ ਜਿਹੜੇ ਡੌਗਸ ਦੇ ਵਿੱਚ ਬੜਾ ਕਾਮਨਲੀ ਦੇਖਿਆ ਕਿ ਡੌਗਸ ਨੂੰ ਕੋਈ ਵੀ ਸੀਜ਼ਨ ਹੋਵੇ, ਚਾਹੇ ਉਹ ਵਿੰਟਰ ਹੋਵੇ ਚਾਹੇ ਸਮਰਸ ਹੋਣ, ਉਹਨਾਂ ਨੂੰ ਕਈ ਵਾਰ ਕੀ ਹੁੰਦਾ, ਮੈਂ ਪਸ ਵਾਲੇ ਦਾਣੇ ਦੇਖੇ ਉਹਨਾਂ ਦੇ ਸਕਿਨ ਦੇ ਉੱਤੇ ਯੂਜਲੀ, ਉਹਦੇ ਹੋਣ ਦਾ ਕੀ ਕਾਰਨ ਹੁੰਦਾ ਅਤੇ ਉਹਨੂੰ ਕਿੱਦਾਂ ਮਤਲਬ ਘਰ ਬੈਠ ਕੇ ਆਪਾਂ ਉਹਨੂੰ ਫਿਕਸ ਕਰ ਸਕਦੇ ਹਾਂ? ਜਿਹੜੇ ਪਸਟਿਊਲਸ ਹੁੰਦੇ ਆ ਉਹ ਇੱਕ ਵਾਰ ਤੁਸੀਂ ਕਿਸੇ ਵੈਟਨੇਰੀਅਨ ਨੂੰ ਜ਼ਰੂਰ ਚੈੱਕ ਕਰਾਓ ਵੀ ਪਸ ਫਾਰਮਡ ਹੈ ਜਾਂ ਫੰਗਲ ਨੇ। ਇਹ ਚੈੱਕ ਕਰਨਾ ਜ਼ਰੂਰੀ ਹੈ। ਬੈਟਰ ਕੀ ਹੈ ਕਿ ਤੁਸੀਂ ਘਰੇ ਕੋਈ ਐਂਟੀਬਾਇਓਟਿਕ ਨਾ ਦਿਓ, ਜਸਟ ਵਿਜ਼ਿਟ ਵੈਟਨੇਰੀਅਨ ਅਤੇ ਉਹਦਾ ਓਪੀਨੀਅਨ ਲਓ ਕੀ ਹੈਗਾ। ਨਾਰਮਲੀ ਇੱਕ ਕੋਈ ਨਾ ਕੋਈ ਸਕਿਨ ਡਿਜ਼ੀਜ਼ ਹੁੰਦੀ ਹੈ ਜਿਹਦੇ ਕਰਕੇ ਪਸਟਿਊਲ ਫਾਰਮੇਸ਼ਨ ਹੁੰਦੀ ਹੈ ਕਈਦਾ ਨੂੰ। ਅਤੇ ਡਰਾਈ ਐਂਡ ਸਕੇਲੀ ਸਕਿਨ ਵਾਸਤੇ ਕੀ ਕੋਈ ਵੀ ਸਪਲੀਮੈਂਟ ਜਿਹਦੇ 'ਚ ਓਮੇਗਾ 3, 6, 9 ਫੈਟੀ ਐਸਿਡਸ ਹੋਣ ਉਹ ਸਪਲੀਮੈਂਟ ਤੁਸੀਂ ਦਿਓ। ਵਿੰਟਰਸ ਦੇ ਵਿੱਚ ਜ਼ਰੂਰ ਦਿਓ ਤੁਸੀਂ, ਸੇ ਅਬਾਊਟ 1 tablespoon once a day। oil supplement ਦੇਣਾ ਜ਼ਰੂਰੀ ਹੈ which is rich in omega 3, 6 and 9 fatty acids। fish oil capsules ਮਿਲਦੇ ਆ that you can feed 1 a day in winters। so that will take care of the all skin problems and skin ਦੇ ਜਿਹੜੇ reserves ਹੁੰਦੇ ਨੇ ਉਹ ਫਿਲ ਹੋ ਜਾਂਦੇ ਨੇ ਤਾਂ ਕਿ ਜਿਹੜੀ ਅਗਲੀ ਆਉਣ ਵਾਲੀ ਸਮਰ ਹੈ ਉਹਦੇ 'ਚ ਡੌਗ ਨੂੰ ਕੋਈ ਸਕਿਨ ਪ੍ਰੋਬਲਮ ਨਾ ਹੋਵੇ। ਸੋ ਵਿੰਟਰਸ ਦੇ ਵਿੱਚ ਸਪਲੀਮੈਂਟੇਸ਼ਨ ਇਜ਼ ਵੈਰੀ ਇੰਪੋਰਟੈਂਟ। ਮਲਟੀਵਾਈਟਾਮਿਨ ਐਂਡ omega 3, 6, 9 fatty acid supplementation ਬਹੁਤ ਸਪਲੀਮੈਂਟਸ ਅਵੇਲੇਬਲ ਨੇ, ਕਿਸੇ ਵੀ ਪੈਟ ਸਟੋਰ ਤੋਂ ਤੁਸੀਂ ਲੈ ਸਕਦੇ ਹੋ। ਜਦੋਂ ਤੁਸੀਂ ਗੱਲ ਕੀਤੀ ਕਿ ਅਸੀਂ ਡੌਗਸ ਨੂੰ ਬਹੁਤ ਜ਼ਿਆਦਾ ਕਈ ਵਾਰ ਨਹਿਲਾ ਦਿੰਦੇ ਹਾਂ ਜਾਂ ਵਾਟਐਵਰ, ਤਾਂ ਵਿੰਟਰ ਸੀਜ਼ਨ ਦੇ ਵਿੱਚ ਕਿੰਨੀ ਦੇਰ ਬਾਅਦ ਇੱਕ ਡੌਗ ਨੂੰ ਨਹਿਲਾਉਣ ਦੀ ਜ਼ਰੂਰਤ ਪੈਂਦੀ ਹੈ? ਜੀ, ਵਿੰਟਰਸ ਆਈ ਐਡਵਾਈਜ਼ once a month and that too on a bright sunny day। ਉਹਨੂੰ ਡਰਾਈ ਕਰਨਾ ਜ਼ਰੂਰੀ ਹੈ। ਹਰ ਦੂਜੇ ਤੀਜੇ ਦਿਨ, ਹਰ ਹਫਤੇ, ਹਰ 15 ਦਿਨ ਬਾਅਦ ਨਹਾਉਣ ਦੀ ਲੋੜ ਨਹੀਂ ਵਿੰਟਰਸ। ਯੂ ਕੈਨ ਡੂ ਸਪੰਜਿੰਗ ਡੇਲੀ ਬਟ ਬਾਥ ਸ਼ੁੱਡ ਬੀ ਮਿਨੀਮਮ ਆਫਟਰ ਇੰਟਰਵਲ ਆਫ 1 month। ਜਿੰਨਾ ਤੁਸੀਂ ਘੱਟ ਨਹਾਓਗੇ ਸਰਦੀਆਂ 'ਚ ਉਹਨਾਂ ਡੌਗ ਹੈਲਦੀ ਰਹੇਗਾ। ਬਿਕਾਜ਼ ਮੋਸਟਲੀ ਸਾਡੇ ਕੋਲ ਜਿਹੜੇ ਕੇਸ ਆਉਂਦੇ ਨੇ, ਡਾਕਟਰ ਸਾਹਿਬ ਇਹ 2 ਦਿਨ ਪਹਿਲਾਂ ਨਹਾਇਆ ਸੀ ਉਦੋਂ ਤੋਂ ਠੀਕ ਨਹੀਂ ਗਾ, 1 ਦਿਨ ਪਹਿਲਾਂ ਨਹਾਇਆ ਸੀ ਉਦੋਂ ਤੋਂ ਠੀਕ ਨਹੀਂ ਗਾ, ਬਿਕਾਜ਼ ਇਹ ਆਪਣਾ ਬੋਡੀ ਟੈਂਪਰੇਚਰ ਮੇਨਟੇਨ ਨਹੀਂ ਕਰ ਪਾਉਂਦੇ ਵਿੰਟਰਸ 'ਚ। ਦੈਟਸ ਵਾਈ। ਸੋ ਆਈ ਐਡਵਾਈਜ਼ ਮਹੀਨੇ ਬਾਅਦ ਨਹਾਓ, ਸਪੰਜਿੰਗ ਕਰੋ, ਇਹਦੀ ਬਰਸ਼ਿੰਗ ਕਰੋ, ਡੇਲੀ ਬਰਸ਼ਿੰਗ ਕਰੋਗੇ ਡੌਗ ਨੂੰ ਵੈਸੇ ਨਹਾਉਣ ਦੀ ਲੋੜ ਨਹੀਂ ਪੈਣੀ। ਥੈਂਕ ਯੂ ਸੋ ਮਚ ਡਾਕਟਰ। ਅੱਜ ਗੱਲ ਕਰਕੇ ਬਹੁਤ ਸਾਰੀ ਚੀਜ਼ਾਂ ਮੈਨੂੰ ਮਤਲਬ ਸਿੱਖਣ ਨੂੰ ਮਿਲੀਆਂ। ਮੈਨੂੰ ਅਹਿਸਾਸ ਹੋਇਆ ਕਿ ਕਿੱਥੇ ਅਸੀਂ ਆਪਣੇ ਪੈਟ ਦੇ ਨਾਲ ਗਲਤ ਕਰਦੇ ਹਾਂ ਅਤੇ ਕਿੱਥੇ ਅਸੀਂ ਆਪਣੇ ਪੈਟ ਦੇ ਨਾਲ ਸਹੀ ਵੀ ਕਰਦੇ ਹਾਂ। ਸੋ ਤੁਸੀਂ ਸਾਰੇ ਜਾਣੇ ਵੀ ਪਲੀਜ਼ ਡਾਕਟਰ ਕੁਲਦੀਪ ਦੇ ਇਹਨਾਂ ਟਿਪਸ ਨੂੰ ਸਮਝੋ ਔਰ ਉਹਨਾਂ ਨੂੰ ਇੰਪਲੀਮੈਂਟ ਕਰੋ ਸੋ ਦੈਟ ਕਿ ਤੁਹਾਡਾ ਪੈਟ ਹਮੇਸ਼ਾ ਸਿਹਤਮੰਦ ਰਹੇ, ਸਹੀ ਸਲਾਮਤ ਰਹੇ ਅਤੇ ਖੁਸ਼ ਰਹੇ। ਕਿ ਦੋਸਤੀ ਦੀ ਸ਼ੁਰੂਆਤ ਹੀ ਤੁਹਾਡੇ ਪੈਟ ਤੋਂ, ਤੁਹਾਡੇ ਐਨੀਮਲ ਤੋਂ ਹੁੰਦੀ ਹੈ। ਇਨਸਾਨਾਂ ਦੇ ਵਫਾਦਾਰ ਸਭ ਤੋਂ ਜ਼ਿਆਦਾ ਤੁਹਾਡੇ ਐਨੀਮਲ ਔਰ ਤੁਹਾਡੇ ਪੈਟ ਹੀ ਮੰਨੇ ਜਾਂਦੇ ਨੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਨਾਲ ਅਵੇਅਰ ਕਰਨਾ ਸੀਗਾ ਕਿ ਵਿੰਟਰ ਸੀਜ਼ਨ ਦੇ ਵਿੱਚ ਤੁਸੀਂ ਆਪਣੇ ਡੌਗਸ ਨੂੰ, ਆਪਣੇ ਪੈਟ ਨੂੰ, ਆਪਣੇ ਐਨੀਮਲ ਨੂੰ ਟੇਕ ਕੇਅਰ ਕਿਵੇਂ ਕਰ ਸਕਦੇ ਹੋ। ਇਹਨਾਂ ਦੇ ਜਿਹੜੇ ਹੈਲਥ ਇਸ਼ੂਜ਼ ਨੇ ਉਹਨਾਂ ਤੋਂ ਤੁਸੀਂ ਇਹਨਾਂ ਨੂੰ ਕਿੱਦਾਂ ਬਚਾ ਸਕਦੇ ਹੋ, ਅਤੇ ਜੇ ਉਹਨਾਂ ਨੂੰ ਕੋਈ ਹੈਲਥ ਇਸ਼ੂ ਆਉਂਦਾ ਹੈ ਵਿੰਟਰ ਸੀਜ਼ਨ ਦੇ ਵਿੱਚ ਅਤੇ ਫਸਟ ਏਡ ਦੇ ਵਿੱਚ ਤੁਸੀਂ ਕੀ ਦੇ ਸਕਦੇ ਹੋ, ਕਿੱਦਾਂ ਪ੍ਰੋਟੈਕਟ ਕਰ ਸਕਦੇ ਹੋ, ਅਤੇ ਉਸ ਤੋਂ ਬਾਅਦ ਤੁਹਾਨੂੰ ਵੈਟਨਰੀ ਦੇ ਨਾਲ ਕੰਸਰਨ
ਡਿਸਰਨ ਕਰਨਾ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ। ਇਹੀ ਅੱਜ ਅਸੀਂ ਸਿੱਖਿਆ, ਇਹੀ ਅੱਜ ਅਸੀਂ ਜਾਣਿਆ, ਇਹਦੇ ਨਾਲ ਹੀ ਅਸੀਂ ਅੱਜ ਅਵੇਅਰ ਹੋਏ। ਸੋ ਅਗਲੀ ਵਾਰ ਮੈਂ ਤੁਹਾਨੂੰ ਬਹੁਤ ਜਲਦ ਫਿਰ ਤੋਂ ਕਿਸੇ ਨਵੇਂ ਵਿਸ਼ੇ ਦੇ ਨਾਲ ਮਿਲਾਂਗੀ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਰੱਬ ਰੱਖ।